ਲੁਧਿਆਣਾ ਖਬਰਨਾਮਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਜਸਪ੍ਰੀਤ ਕੌਰ ਤੇ ਬੁਲੇਟਿਨ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਅੱਜ ਦੀਆਂ ਮੁੱਖ ਸੁਰਖੀਆਂ ਤੇ। ਆਨਲਾਈਨ ਸਿਸਟਮ ਦੇ ਬਾਵਜੂਦ ਲੁਧਿਆਣਾ ਦੇ ਆਰਟੀਓ ਦਫ਼ਤਰਾਂ ਦੇ ਵਿੱਚ ਫਾਈਲਾਂ ਮੰਗਵਾ ਕੇ ਹੋ ਰਿਹਾ ਕੰਮ। ਆਮ ਲੋਕਾਂ ਨੂੰ ਹੋਣਾ ਪੈ ਰਿਹਾ ਖੱਜਲ ਖੁਆਰ। ਇੱਕ ਦਿਨ ਦੇ ਵਿੱਚ ਹੋਣ ਵਾਲੇ ਕੰਮਾਂ ਦੇ ਵਿੱਚ ਲੱਗ ਰਹੇ ਮਹੀਨੇ। ਜਲਦਬਾਜ਼ੀ ਦਾ ਕੰਮ ਕਰਵਾਉਣ ਦਾ ਲਾਲਚ ਦੇ ਕੇ ਏਜੰਟ ਲੋਕਾਂ ਤੋਂ ਵਸੂਲ ਰਹੇ ਮੋਟੀ ਰਕਮ। ਲੁਧਿਆਣਾ ਦੇ ਵਿੱਚ ਵੱਧ ਰਿਹਾ ਡੇਂਗੂ ਦਾ ਕਹਿਰ। ਜ਼ਿਲ੍ਹੇ 'ਚ ਮੰਗਲਵਾਰ ਨੂੰ 345 ਕੇਸ ਆਏ ਸਾਹਮਣੇ। ਲੁਧਿਆਣਾ ਦੇ ਵਿੱਚ ਮੰਗਲਵਾਰ ਨੂੰ 269 ਕੇਸਾਂ ਦੀ ਪੁਸ਼ਟੀ। ਹੁਣ ਤੱਕ ਜ਼ਿਲ੍ਹੇ ਦੇ ਵਿੱਚ ਕੁੱਲ 592 ਕੇਸਾਂ ਦੀ ਹੋ ਚੁੱਕੀ ਪੁਸ਼ਟੀ। ਕਸ਼ਮੀਰ ਦੇ ਵਿੱਚ ਅਤਵਾਦੀਆਂ ਦੇ ਵੱਲੋਂ ਟੀਚਰਾਂ ਦੇ ਕਤਲ ਤੇ ਰੋਸ ਦੇ ਵਿੱਚ ਆਮ ਆਦਮੀ ਪਾਰਟੀ ਦੇ ਵੱਲੋਂ ਕੱਢਿਆ ਗਿਆ ਕੈਂਡਲ ਮਾਰਚ। ਆਪ ਲੁਧਿਆਣਾ ਜੁਆਇੰਟ ਸਕੱਤਰ ਜਗਦੀਪ ਸਿੰਘ ਵੱਲੋਂ ਕੀਤੀ ਗਈ ਅਗਵਾਈ। ਸਰਕਾਰ ਤੋਂ ਕੀਤੀ ਗਈ ਘੱਟ ਗਿਣਤੀ ਭਾਈਚਾਰੇ ਦੀ ਸੁਰੱਖਿਆ ਦੀ ਮੰਗ। ਇੱਕ ਵਾਰ ਫੇਰ ਟੀਟੂ ਬਾਣੀਆਂ ਨੇ ਕੀਤਾ ਪ੍ਰਦਰਸ਼ਨ। ਮਿਨੀ ਸਕੱਤਰੇਤ ਦੇ ਬਾਹਰ ਵਿਅੰਗਮਈ ਤਰੀਕੇ ਦੇ ਨਾਲ ਬੁੱਢੇ ਨਾਲੇ ਦੀ ਸਫਾਈ ਨਾ ਹੋਣ ਤੇ ਜਤਾਇਆ ਰੋਸ ਤੇ ਸਰਕਾਰ ਤੋਂ ਪੁੱਛੇ ਸਵਾਲ। 650 ਕਰੋੜ ਰੁਪਏ ਪਾਸ ਹੋਣ ਦੇ ਬਾਵਜੂਦ ਵੀ ਕਿਉਂ ਨਹੀਂ ਹੋ ਰਹੀ ਸਫਾਈ। ਖੰਨਾ ਦੀ ਰੇਲਵੇ ਲਾਈਨ ਨਜ਼ਦੀਕ ਅੱਧੀ ਅਧੂਰੀ ਉਸਾਰੀ ਨੂੰ ਲੈ ਕੇ ਕੀਤਾ ਗਿਆ ਪ੍ਰਦਰਸ਼ਨ। ਲਲਹੇੜੀ ਰੋਡ ਐਸੋਸੀਏਸ਼ਨ ਪ੍ਰਧਾਨ ਗੁਰਮੀਤ ਸਿੰਘ ਦੇ ਵੱਲੋਂ ਕੀਤੀ ਗਈ ਅਗਵਾਈ। ਪ੍ਰਸ਼ਾਸਨ ਦੇ ਵੱਲੋਂ ਜਲਦ ਹੀ ਕੰਮ ਸ਼ੁਰੂ ਕਰਵਾਉਣ ਦਾ ਆਸ਼ਵਾਸਨ ਦੇ ਕੇ ਧਰਨਾ ਕਰਵਾਇਆ ਗਿਆ ਖਤਮ। ਇਨਰ ਵੀਲ ਕਲੱਬ ਤੇ ਲੁਧਿਆਣਾ ਪੁਲਿਸ ਦਾ ਸਾਂਝਾ ਉਪਰਾਲਾ। ਗੁੱਡ ਟੱਚ ਤੇ ਬੈਡ ਟੱਚ ਵਿਸ਼ੇ ਤੇ ਕਰਵਾਇਆ ਸੈਮੀਨਾਰ। ਮੁੱਖ ਮਹਿਮਾਨ ਦੇ ਵਜੋਂ ਪਹੁੰਚੇ ਏਡੀਸੀਪੀ ਪ੍ਰਗਿਆ ਜੈਨ। ਹੁਣ ਖਬਰਾਂ ਵਿਸਥਾਰ ਦੇ ਨਾਲ। ਸਰਕਾਰ ਦੇ ਵੱਲੋਂ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਦੇ ਲਈ ਤੇ ਆਮ ਜਨਤਾ ਨੂੰ ਸਹੂਲਤ ਦੇਣ ਦੇ ਲਈ ਸਰਕਾਰੀ ਦਫ਼ਤਰਾਂ ਦੇ ਵਿੱਚ ਆਨਲਾਈਨ ਕੰਮ ਦੀ ਸੁਵਿਧਾ ਸ਼ੁਰੂ ਕੀਤੀ ਗਈ ਸੀ। ਪਰ ਇਸ ਦੇ ਬਾਵਜੂਦ ਲੁਧਿਆਣਾ ਦੇ ਆਰਟੀਓ ਦਫ਼ਤਰ ਦੇ ਵਿੱਚ ਲੋਕਾਂ ਨੂੰ ਖੱਜਲ ਖੁਆਰ ਹੋਣਾ ਪੈ ਰਿਹਾ ਤੇ ਹਰ ਕੰਮ ਦੇ ਲਈ ਫਾਈਲਾਂ ਮੰਗਵਾਈਆਂ ਜਾ ਰਹੀਆਂ ਨੇ, ਜਿਸ ਦੇ ਚੱਲਦਿਆਂ ਜੋ ਕੰਮ ਇੱਕ ਦਿਨ ਦੇ ਵਿੱਚ ਹੋ ਸਕਦਾ ਹੈ ਉਸ ਨੂੰ ਹੋਣ ਦੇ ਲਈ 1 ਤੋਂ 2 ਮਹੀਨੇ ਲੱਗ ਜਾਂਦੇ ਨੇ। ਸਰਕਾਰ ਵੱਲੋਂ ਕੀਤਾ ਪੇਪਰਲੈਸ ਕੰਮ, ਪਰ ਸਰਕਾਰੀ ਬਾਬੂ ਮੰਗ ਰਹੇ ਹਨ ਦਸਤੀ ਫਾਈਲਾਂ। ਸਾਰਾ ਆਨਲਾਈਨ ਪ੍ਰੋਸੀਜਰ ਹੈ, ਆਨਲਾਈਨ ਹੀ ਅਪਲੋਡ ਹੋ ਕੇ ਇਹਨਾਂ ਨੂੰ ਫਾਈਲ ਦੀ ਕੋਈ ਲੋੜ ਨਹੀਂ ਹੁੰਦੀ। ਪਰ ਇੱਥੇ ਉਹਦੀਆਂ ਫਾਈਲਾਂ ਜਿਹੜੀਆਂ ਨੇ ਫਿਰ ਵੀ ਮੰਗੀਆਂ ਜਾਂਦੀਆਂ ਨੇ ਔਰ ਜਮ੍ਹਾਂ ਕਰਵਾਈਆਂ ਜਾਂਦੀਆਂ ਨੇ। ਜਾਣ ਕੇ ਜੀ ਖੱਜਲ ਖੁਆਰ ਕੀਤਾ ਜਾਂਦਾ ਕਿ ਫਾਈਲਾਂ ਲੈ ਕੇ ਆਓ, ਜਦ ਕਿ ਆਨਲਾਈਨ ਸਿਸਟਮ ਫਾਈਲ ਦੀ ਲੋੜ ਹੀ ਨਹੀਂ। ਸਰਕਾਰ ਦਾ ਪੇਪਰ ਵਰਕ ਖਤਮ ਕਰ ਰਹੀ ਹੈ। ਇਹ ਜਾਣ ਕੇ ਇੱਕ ਤੰਗ ਪਰੇਸ਼ਾਨ ਕੀਤਾ ਜਾਂਦਾ, ਫਾਈਲ ਲੈ ਕੇ ਆਓ ਜੀ, ਇਹ ਚਾਹੇ ਕਮੀ ਹੈ ਜੀ। ਇਹ ਫਾਈਲ ਇਸ ਕਰਕੇ ਮੰਗਦੇ ਨੇ ਕਿ ਫਾਈਲ ਮੰਗਾਂਗੇ ਕੋਈ ਦੇ ਕੇ ਜਾਊਗਾ, ਨਹੀਂ ਤਾਂ ਆਨਲਾਈਨ ਅਸੀਂ ਅਪਰੂਵਲ ਕਰ ਦਾਂਗੇ, ਸਾਨੂੰ ਕਿਹਨੇ ਪੁੱਛਣਾ। ਟਰਾਂਸਪੋਰਟ ਦਫ਼ਤਰ ਵਿੱਚ ਚੱਕਰ ਕੱਟ ਖੱਜਲ ਖੁਆਰ ਹੋ ਰਹੇ ਹਨ ਲੋਕ। ਮਹੀਨਾ ਡੇਢ ਮਹੀਨਾ ਵੀ ਲੱਗ ਜਾਂਦਾ, ਜਦ ਕਿ ਰੂਲ ਦੇ ਮੁਤਾਬਿਕ ਤਾਂ 48 ਘੰਟੇ ਕਾਪੀ ਹੋਣੀ ਚਾਹੀਦੀ ਹੈ। ਇਹ ਅੱਜ ਸਵੇਰੇ ਆਜੋ, ਸਾਹਿਬ ਨਹੀਂ ਹੈਗੇ, ਅੱਜ ਇਨਵਾਰਡ ਨਹੀਂ ਹੈਗਾ, ਮੈਡਮ ਨਹੀਂ ਹੈਗੀ, ਪ੍ਰਾਈਵੇਟ ਸਟਾਫ ਨਹੀਂ ਹੈਗਾ। ਆਪਣੇ ਕੋਲੋਂ ਹੀ ਭਰਨੀ ਪੈਂਦੀ ਹੈ ਨਵੀਂ ਗੱਡੀ ਦੀ ਪਹਿਲੀ ਕਿਸ਼ਤ। ਨਵੀਂ ਕਮਰਸ਼ੀਅਲ ਗੱਡੀ ਲੈ ਲਈ ਨਾ ਤੇ ਪਹਿਲੀ ਕਿਸ਼ਤ ਬੰਦੇ ਨੂੰ ਘਰੋਂ ਹੀ ਪਾਣੀ ਪੈਂਦੀ ਹੈ, ਕਿਉਂਕਿ 1 ਮਹੀਨਾ ਤਾਂ ਆਰਸੀ ਨਹੀਂ ਮਿਲਦੀ। ਬੰਦਾ ਕੀ ਗੱਡੀ ਚਲਾਊਗਾ ਤੇ ਕੀ ਕਿਸ਼ਤ ਦੇਊਗਾ। ਸ਼ਿਕਾਇਤਾਂ ਦੇਣ ਦੇ ਬਾਵਜੂਦ ਨਹੀਂ ਹੁੰਦੀ ਸਰਕਾਰੀ ਬਾਬੂਆਂ ਤੇ ਕੋਈ ਕਾਰਵਾਈ। ਐਕਸ਼ਨ ਕੋਈ ਨਹੀਂ, ਸ਼ਿਕਾਇਤਾਂ ਰੋਜ਼ ਢੇਰ ਆਉਂਦੀਆਂ ਜੀ। ਸਾਡੇ ਵੱਲੋਂ ਦਿੱਤੀ ਗਈ ਸੀ ਐਸੋਸੀਏਸ਼ਨ ਵੱਲੋਂ, ਇਹ ਕਹਿੰਦੇ ਜੀ ਕਾਰਵਾਈ ਕਰਾਂਗੇ, ਕੋਈ ਕਾਰਵਾਈ ਨਹੀਂ ਹੁੰਦੀ ਜੀ। ਆਰਟੀਓ ਸਾਨੂੰ ਕਈ ਵਾਰ ਮਿਲ ਚੁੱਕੇ ਆ, ਬਾਬੂਆਂ ਨੂੰ ਪਰਵਾਹ ਹੀ ਨਹੀਂ, ਉਹ ਸ਼ਰੇਆਮ ਕਹਿ ਦਿੰਦੇ ਆ ਸਾਨੂੰ ਕੋਈ ਟੈਨਸ਼ਨ ਨਹੀਂ ਹੈ। ਜੇ ਕੰਪਲੇਂਟ ਹੈਗੀ ਹੈ, ਕੋਈ ਕਾਰਵਾਈ ਨਹੀਂ, ਗੱਲ ਨਹੀਂ ਕੀਤੀ ਜਾਂਦੀ, ਸਗੋਂ ਉਹਨੂੰ ਜਿਹੜਾ ਕੰਪਲੇਂਟ ਦਿੰਦਾ ਉਹ ਦਬਕੇ ਮਾਰੇ ਜਾਂਦੇ ਆ। ਦਫ਼ਤਰ ਵਿੱਚ ਆਏ ਲੋਕਾਂ ਨੇ ਕਿਹਾ ਕਿ ਸਰਕਾਰ ਵੱਲੋਂ ਸਾਰਾ ਸਿਸਟਮ ਆਨਲਾਈਨ ਹੈ, ਪਰ ਇੱਥੇ ਫਿਰ ਵੀ ਹਰ ਕੰਮ ਕਰਨ ਲਈ ਫਾਈਲ ਮੰਗਵਾਈ ਜਾਂਦੀ ਹੈ। ਉਹਨਾਂ ਕਿਹਾ ਕਿ ਬਿਨੈਕਰਤਾ ਗੇੜਾ ਮਾਰ-ਮਾਰ ਥੱਕ ਜਾਂਦੇ ਨੇ, ਪਰ ਉਸ ਦਾ ਕੰਮ ਨਹੀਂ ਹੁੰਦਾ, ਜਿਸ ਕਾਰਨ ਉਹ ਗਲਤ ਰਾਹਾਂ ਵਿੱਚ ਪੈ ਜਾਂਦੇ ਨੇ। ਦੱਸ ਦਈਏ ਕਿ ਦਫ਼ਤਰ ਵਿੱਚ ਕੰਮ ਨਾ ਹੋਣ ਕਾਰਨ ਲੋਕ ਦਫ਼ਤਰ 'ਚ ਬਾਹਰ ਘੁੰਮ ਰਹੇ ਏਜੰਟਾਂ ਦੇ ਜਾਲ 'ਚ ਫਸ ਜਾਂਦੇ ਨੇ, ਜੋ ਆਮ ਜਨਤਾ ਤੋਂ ਕੰਮ ਕਰਵਾਉਣ ਲਈ ਮੋਟੀ ਰਕਮ ਵਸੂਲਦੇ ਨੇ।
ਭ੍ਰਿਸ਼ਟਾਚਾਰ ਦੇ ਖਾਤਮੇ ਲਈ ਲਗਾਤਾਰ ਸਰਕਾਰ ਵੱਲੋਂ ਡਿਜੀਟਲਾਈਜੇਸ਼ਨ ਕੀਤੀ ਜਾ ਰਹੀ ਹੈ ਤਾਂ ਜੋ ਸਰਕਾਰੀ ਦਫ਼ਤਰਾਂ ਦੇ ਵਿੱਚ ਫੈਲੇ ਭ੍ਰਿਸ਼ਟਾਚਾਰ ਨੂੰ ਰੋਕਣ ਲਈ ਆਨਲਾਈਨ ਕੰਮ ਵੱਧ ਤੋਂ ਵੱਧ ਹੋ ਸਕਣ। ਪਰ ਲੁਧਿਆਣਾ ਦਾ ਆਰਟੀ ਆਫਿਸ ਅਸੀਂ ਬਿਲਕੁਲ ਖੜੇ ਹਾਂ ਦਫ਼ਤਰ ਸਕੱਤਰ ਰੀਜਨਲ ਟਰਾਂਸਪੋਰਟ ਅਥਾਰਟੀ ਲੁਧਿਆਣਾ, ਜਿੱਥੇ ਕਿ ਕੰਮ ਆਨਲਾਈਨ ਹੈਗਾ, ਸਿਰਫ ਕਾਗਜ਼ਾਂ ਦੇ ਵਿੱਚ ਆ, ਪਰ ਆਨਲਾਈਨ ਕੰਮ ਹੁੰਦਾ ਨਹੀਂ, ਜਿਸ ਕਰਕੇ ਆਮ ਲੋਕਾਂ ਨੂੰ ਬੜੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ। ਅਸੀਂ ਇੱਥੇ ਦੱਸ ਦੇਣਾ ਚਾਹੁੰਦੇ ਹਾਂ ਜੋ ਵੀ ਕੋਈ ਕੰਮ ਹੁੰਦਾ, ਜੇਕਰ ਕਿਸੇ ਨੇ ਕੋਈ ਰਜਿਸਟ੍ਰੇਸ਼ਨ ਕਰਾਉਣੀ ਹੈ, ਨਵੀਂ ਆਰਸੀ ਦੀ ਲਾਇਸੈਂਸ ਬਣਾਉਣਾ, ਆਨਲਾਈਨ ਬਣਵਾ ਸਕਦਾ, ਲੇਕਿਨ ਪਰ ਇੱਥੇ ਉਹ ਕੰਮ ਨਹੀਂ ਹੁੰਦਾ। ਇੱਥੇ ਡਿਜੀਟਲ ਸਾਈਨਾਂ ਦੀ ਬਜਾਏ ਸਾਈਨ ਜਿਹੜੇ ਖੁਦ ਇੱਥੇ ਫਾਈਲ ਮੰਗਾਈ ਜਾਂਦੀ ਆ, ਫਿਰ ਉਦੋਂ ਬਾਅਦ ਹੁੰਦੇ ਨੇ ਸਾਈਨ। ਗੱਲ ਕਰਾਂਗੇ ਸਾਡੇ ਨਾਲ ਕੁਝ ਸੱਜਣ ਨੇ, ਕੀ ਕਹਿਣਾ ਚਾਹੁੰਦੇ ਹੋ, ਕਿਸ ਤਰ੍ਹਾਂ ਨਾਲ ਭ੍ਰਿਸ਼ਟਾਚਾਰ ਫੈਲਿਆ ਹੋਇਆ, ਕੀ ਲੋਕਾਂ ਨੂੰ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ? ਸਮੱਸਿਆਵਾਂ ਤਾਂ ਇੱਦਾਂ ਜੀ, ਜਿਹੜੇ ਵੀ ਇੱਥੇ ਆਪਣੇ ਆਉਂਦੇ ਨੇ ਐਪਲੀਕੈਂਟ ਵਗੈਰਾ ਹੁੰਦੇ ਆ, ਆਪਣੇ ਫਾਈਲਾਂ ਕਹਿੰਦੇ ਵੀ ਨਵੀਆਂ ਫਾਈਲਾਂ ਜਿਹੜੀਆਂ ਆਰਸੀ ਦੀਆਂ ਨੇ ਉਹ ਸਾਰਾ ਆਨਲਾਈਨ ਪ੍ਰੋਸੀਜਰ ਆ, ਆਨਲਾਈਨ ਹੀ ਅਪਲੋਡ ਹੋ ਕੇ ਇਹਨਾਂ ਨੂੰ ਫਾਈਲ ਦੀ ਕੋਈ ਲੋੜ ਨਹੀਂ ਹੁੰਦੀ। ਪਰ ਇੱਥੇ ਉਹਦੀਆਂ ਫਾਈਲਾਂ ਜਿਹੜੀਆਂ ਨੇ ਫਿਰ ਵੀ ਮੰਗੀਆਂ ਜਾਂਦੀਆਂ ਨੇ ਔਰ ਜਮ੍ਹਾਂ ਕਰਵਾਈਆਂ ਜਾਂਦੀਆਂ ਨੇ, ਜਿਹਦੇ ਨਾਲ ਜਿਹੜਾ ਆਉਣ ਵਾਲਾ ਐਪਲੀਕੈਂਟ ਆ ਗੇੜੇ ਮਾਰ ਕੇ ਥੱਕ ਜਾਂਦਾ ਵਾ, ਉਸ ਤੋਂ ਬਾਅਦ ਉਹ ਦੂਸਰੇ ਰਸਤੇ 'ਚ ਪੈ ਜਾਂਦਾ। ਕਾਰਨ ਕੀ ਹੈ ਜੀ ਇਹ ਜਿਹੜੇ ਮੌਲ ਨੇ, ਜਦ ਕਿ ਇੱਥੇ ਇਹ ਵੀ ਪਤਾ ਲੱਗਿਆ ਵੀ ਆਨਲਾਈਨ ਡਿਜੀਟਲ ਸਾਈਨ ਹੋਣੇ ਨੇ, ਫਿਰ ਮੰਗਾ ਕੇ ਸਾਈਨ ਕਰਦੇ ਨੇ, ਕਾਰਨ ਕੀ ਆ? ਤੁਸੀਂ ਜਿਵੇਂ ਇੱਥੇ ਆਪਣੇ ਕੰਮ ਕਰਾਉਣ ਆਉਂਦੇ, ਤੁਸੀਂ ਕਿਸ ਕੰਮ ਨੂੰ ਸੰਬੰਧਿਤ ਤੋਂ ਕੀ ਕੰਮ ਕਰਾਉਣਾ ਆਉਂਦੇ ਤੁਸੀਂ? ਸਾਡਾ ਜੀ ਆਪਣੇ ਮੈਂ ਸਕੂਲ ਬੱਸ ਵੈਲਫੇਅਰ ਐਸੋਸੀਏਸ਼ਨ ਹੈ ਆਪਣੇ ਪੰਜਾਬ ਦੀ, ਉਹਦੇ 'ਚ ਜਨਰਲ ਸੈਕਟਰੀ ਦੇ ਅਹੁਦੇ ਤੇ ਸਾਡੇ ਜਿਹੜੇ ਆ ਆਪਣੇ ਸਕੂਲ ਦੀਆਂ ਬੱਸਾਂ ਦੇ ਪਰਮਿਟ ਔਰ ਆਰਸੀ ਵਗੈਰਾ ਨਾਲ ਰਿਲੇਟਡ ਕੰਮ ਹੁੰਦੇ ਆ। 2 ਤੋਂ 4 ਦਿਨ ਹੋ ਗਏ ਅਸੀਂ ਲਗਾਤਾਰ ਚੰਡੀਗੜ੍ਹ ਐਸਟੀਸੀ ਸਾਹਿਬ ਕੋਲ ਵੀ ਚੱਕਰ ਲਗਾ ਰਹੇ ਆ, ਜਿਹਦੇ ਵਿੱਚ ਸਾਡਾ ਮੁੱਖ ਮੁੱਦਾ ਇਹ ਆ ਵੀ ਜਿਹੜਾ ਸਾਡੇ ਜਿਹੜੇ ਆਰਸੀਆਂ ਨੇ ਜੋ ਕਿ ਇਸ ਦਫ਼ਤਰ ਵੱਲੋਂ ਗਲਤ ਬਣਾਈਆਂ ਗਈਆਂ ਨੇ ਔਰ ਅੱਜ ਦੀ ਡੇਟ ਦੇ ਵਿੱਚ ਉਹਨਾਂ ਨੂੰ ਮੋਡੀਫਾਈ ਕਰਨ ਦੀ ਲੋੜ ਆ, ਉਹ ਨਹੀਂ ਕੀਤੀਆਂ ਜਾ ਰਹੀਆਂ। ਜਿਹਦੇ 'ਚ ਅੱਜ ਤੋਂ 4 ਸਾਲ ਪਹਿਲਾਂ ਇੱਕ ਕਮੇਟੀ ਵੀ ਬਣੀ ਸੀ 3 ਜਣਿਆਂ ਦੀ 4 ਜਣਿਆਂ ਦੀ ਮੈਂਬਰ, ਜਿਹਦੇ 'ਚ ਇੱਕ ਸਬ ਮੈਂਬਰ ਸਾਡਾ ਪਾਇਆ ਗਿਆ ਸੀ, ਪਰ ਉਹਦੇ 'ਤੇ ਵੀ ਉਵੇਂ ਦਾ ਉਵੇਂ ਹੀ ਆ। ਅੱਜ ਤੱਕ ਇੱਕ ਵੀ ਜਿਹੜੀ ਆਰਸੀ ਆ ਮੋਡੀਫਾਈ ਨਹੀਂ ਕੀਤੀ ਗਈ ਤੇ ਸਾਨੂੰ ਅੱਜ ਵੀ ਐਸਓ ਸਾਹਿਬ ਦੇ ਅੱਗੇ ਜਾ ਕੇ ਧੱਕੇ ਖਾਣੇ ਪੈਂਦੇ ਆ। ਉਹ ਕੋਡ ਲਗਾਉਣਗੇ ਤਾਂ ਅਸੀਂ ਸਰਕਾਰ ਨੂੰ ਕੁਝ ਪੇ ਕਰ ਸਕਦੇ। ਜਦ ਆਨਲਾਈਨ ਸਿਸਟਮ ਆ ਫਿਰ ਕਿਉਂ ਆਉਣ ਦੀ ਲੋੜ ਆ? ਸਾਰਾ ਸਿਸਟਮ ਆਨਲਾਈਨ ਕੀਤਾ। ਆਰਸੀਆਂ ਦੇ ਵਿੱਚ ਇਹਨਾਂ ਨੇ ਕੋਈ ਆਪਣੇ ਮੋਡੀਫਿਕੇਸ਼ਨ ਕਰਨੀ ਆ, ਜਿਹੜੀ NIC ਦੇ ਲੈਵਲ ਦੇ ਉੱਤੇ ਜਾਂ ਇਹਨਾਂ ਦੇ ਲੈਵਲ ਦੇ ਉੱਤੇ ਇਕੱਠੀ ਸਾਰੀਆਂ ਆਰਸੀਆਂ ਦੇ ਇੱਕ ਵਾਰ 'ਚ ਕਰ ਸਕਦੇ ਆ, ਪਰ ਇਹਨਾਂ ਵੱਲੋਂ 4 ਸਾਲ ਹੋ ਗਏ ਇਸ ਤੇ ਕੋਈ। ਇਹ ਤਾਂ ਹੋ ਗਈ ਮੋਡੀਫਿਕੇਸ਼ਨ ਦੀ। ਜੇਕਰ ਦੂਸਰੀ ਆਰਸੀ ਨਵੀਂ ਆਰਸੀ ਬਣਾਉਣੀ ਉਹਦੇ ਲਈ ਵੀ ਫਾਈਲ ਇੱਥੇ ਬਾਈ ਹੈਂਡ ਲੈ ਕੇ ਆਉਣਾ ਪੈਂਦਾ ਤਾਂ? ਬਿਲਕੁਲ ਜੀ, ਜੇ ਫਾਈਲਾਂ ਸਾਰੀਆਂ ਜਮ੍ਹਾਂ ਹੁੰਦੀਆਂ ਨੇ, ਫਾਈਲ ਤੋਂ ਬਗੈਰ ਆਪਣੇ ਚੈੱਕ ਕੀਤੇ ਬਗੈਰ। ਲੋੜ ਹੈਗੀ ਕਿ ਨਹੀਂ ਹੈਗੀ ਇਸ ਚੀਜ਼ ਦੀ? ਡਿਜੀਟਲ ਦੇ ਵਿੱਚ ਤਾਂ ਮੇਰੇ ਹਿਸਾਬ ਨਾਲ ਕੋਈ ਲੋੜ ਨਹੀਂ ਹੈ ਜੀ। ਕੋਈ ਕਿਉਂ? ਕਾਰਨ ਜੀ ਇਹਨਾਂ ਨੇ ਪੇਪਰਲੈਸ ਕੰਮ ਕੀਤਾ ਸੀ, ਵੀ ਪੇਪਰਲੈਸ ਹੈ। ਸਰਕਾਰ ਨੇ ਵਧੀਆ ਸਿਸਟਮ ਚਲਾਉਣ ਦੀ ਕੋਸ਼ਿਸ਼ ਕੀਤੀ ਸੀ ਵੀ ਤੁਹਾਨੂੰ ਕਾਗਜ਼ ਪੱਤਰ ਲਿਆਉਣ ਦੀ ਕੋਈ ਲੋੜ ਨਹੀਂ, ਜਿਹੜਾ ਤੁਸੀਂ ਅਪਲੋਡ ਕਰ ਦਿੱਤਾ ਉਹਦੇ ਤੇ ਹੀ ਸਾਰਾ ਕੰਮ ਹੋਊਗਾ। ਇੱਥੇ ਮੌਜੂਦ ਇੱਕ ਆਦਮੀ ਨੇ ਕਿਹਾ ਕਿ ਦਫ਼ਤਰ ਵਿੱਚ ਸਰਕਾਰੀ ਬਾਬੂ 1 ਤੋਂ 2 ਘੰਟੇ ਹੀ ਬੈਠਦੇ ਨੇ, ਪਰ ਫਿਰ ਪ੍ਰਾਈਵੇਟ ਲੋਕਾਂ ਨੂੰ ਮਿਲਣਾ ਪੈਂਦਾ। ਉਹਨਾਂ ਕਿਹਾ ਕਿ ਕੋਈ ਵੀ ਅਜਿਹਾ ਨਹੀਂ ਹੈ ਜੋ ਆਨਲਾਈਨ ਨਹੀਂ ਹੋ ਸਕਦਾ, ਪਰ ਫਿਰ ਵੀ ਫਾਈਲ ਮੰਗੀ ਜਾਂਦੀ ਹੈ ਤੇ ਸਮੇਂ ਤੇ ਕੰਮ ਨਹੀਂ ਹੁੰਦਾ। ਬਾਬੂਆਂ ਦੀ ਕੋਈ ਮਿਲੀ ਭੁਗਤ ਜਿਹੜਾ ਦੁਬਾਰਾ ਫਾਈਲਾਂ ਹੱਥ 'ਚ ਲੈ ਕੇ ਆਉਣੀਆਂ ਪੈਂਦੀਆਂ ਨੇ, ਸਾਈਨ ਕਰਦੇ ਨੇ, ਜਦਕਿ ਡਿਜੀਟਲ ਸਾਈਨ ਨੇ, ਪੇਪਰਲੈਸ ਪਾਲਿਸੀ ਬਣਾਈ ਗਈ ਹੈ। ਜਾਣ ਕੇ ਜੀ ਖੱਜਲ ਖੁਆਰ ਕੀਤਾ ਜਾਂਦਾ ਕਿ ਫਾਈਲਾਂ ਲੈ ਕੇ ਆਓ, ਜਦ ਕਿ ਆਨਲਾਈਨ ਸਿਸਟਮ ਫਾਈਲ ਦੀ ਲੋੜ ਹੀ ਨਹੀਂ, ਸਰਕਾਰ ਦਾ ਪੇਪਰ ਵਰਕ ਖਤਮ ਕਰ ਰਹੀ ਹੈ। ਇਹ ਜਾਣ ਕੇ ਇੱਕ ਤੰਗ ਪਰੇਸ਼ਾਨ ਕੀਤਾ ਜਾਂਦਾ, ਫਾਈਲ ਲੈ ਕੇ ਆਓ ਜੀ, ਇਹ ਚਾਹੇ ਕਮੀ ਹੈ ਜੀ, ਇਹ ਕਮੀ ਹੈ, ਜਾਣ ਕੇ ਪੈਸੇ ਲੈਣ ਦਾ ਇੱਕ ਢੰਗ ਹੈ। ਤੇ ਲੱਗਦਾ ਨਹੀਂ ਹੈ ਕਿੰਨੀਆਂ ਫਾਈਲਾਂ ਇੱਥੇ ਰੁਕੀਆਂ ਹੋਈਆਂ ਨੇ, ਚਾਹੇ ਨਵੀਆਂ ਆਰਸੀਆਂ ਨੇ, ਚਾਹੇ ਪੁਰਾਣੀਆਂ ਨੇ, ਚਾਹੇ ਕਿਸੇ ਵੀ ਤਰੀਕੇ ਦਾ ਕੰਮ ਹੈਗਾ ਜਿਹੜਾ ਕਿ ਆਨਲਾਈਨ ਹੋ ਕਿਹੜਾ ਕੰਮ ਹੈ ਜਿਹੜਾ ਆਨਲਾਈਨ ਨਹੀਂ ਹੋ ਸਕਦਾ ਹੈਗਾ, ਪਰ ਫਿਰ ਵੀ ਉਹਨਾਂ 'ਚ ਬਾਰ-ਬਾਰ ਚੱਕਰ ਕੱਟੇ? ਸਾਰੇ ਕੰਮ ਵੈਸੇ ਸਰਕਾਰ ਵੱਲੋਂ ਤਾਂ ਆਨਲਾਈਨ ਹੈ ਜੀ, ਇਹਨਾਂ ਵੱਲੋਂ ਜਾਣ ਕੇ ਖੱਜਲ ਖੁਆਰ ਕੀਤਾ ਜਾਂਦਾ। ਜਿਵੇਂ ਕੋਈ ਫਾਈਲ ਦੇ ਦਿੱਤੀ ਆਨਲਾਈਨ ਕਰਤੀ, ਸਭ ਪਬਲਿਕ ਆਉਣ ਦੀ ਲੋੜ ਹੀ ਨਹੀਂ। ਐਪਲੀਕੇਸ਼ਨ ਕਿਉਂ ਨਹੀਂ ਹੁੰਦੀ ਆਨਲਾਈਨ? ਕੀ ਅਪਰੂਵਲ ਨਹੀਂ ਹੁੰਦੀ ਜਾਂ ਇਹ ਕਰਕੇ ਨਹੀਂ ਰਾਜੀ ਜਾਂ ਕਿਤੇ ਨਾ ਕਿਤੇ ਭ੍ਰਿਸ਼ਟਾਚਾਰ? ਜਾਣ ਕੇ ਜੀ, ਜਿਵੇਂ ਅਸੀਂ ਕਾਪੀ ਕਿਸੇ ਨੇ ਦੇ ਦਿੱਤੀ, ਫਾਈਲ ਦੇ ਦਿੱਤੀ, ਇਹ ਜਾਣ ਕੇ ਇਨਵਾਰਡ ਨਹੀਂ ਹੋਈ ਜੀ, ਸਾਹਿਬ ਨਹੀਂ ਬੈਠੇ ਜੀ, ਕੱਲ ਅਪਰੂਵਲ ਹੋਊਗੀ, ਪਰਸੋਂ ਹੋਊਗੀ, ਜਾਣ ਕੇ ਖੱਜਲ ਖੁਆਰ ਕੀਤਾ ਜਾਂਦਾ। ਕਿੰਨਾ ਕੁ ਟਾਈਮ ਲੱਗ ਜਾਂਦਾ ਇੱਕ ਫਾਈਲ ਨੂੰ? ਕੋਈ ਇਸ ਤਰ੍ਹਾਂ ਦਾ ਕੋਈ ਉਦਾਹਰਨ, ਤੁਸੀਂ ਜਿਵੇਂ ਫਾਈਨਾਂਸ ਕੰਪਨੀ ਨਾਲ ਜੁੜੇ ਹੋ, ਤੁਸੀਂ ਵੀ ਇੱਥੇ ਆਪਣਾ ਕੰਮ ਕਰਾਉਣਾ ਉਹਨੇ, ਫਿਰ ਵੀ ਕਿੰਨਾ ਕੁ ਦਿੱਕਤ ਦਾ ਸਾਹਮਣਾ? ਦੇਖੋ ਜੀ, ਮਹੀਨਾ ਡੇਢ ਮਹੀਨਾ ਵੀ ਲੱਗ ਜਾਂਦਾ, ਜਦ ਕਿ ਰੂਲ ਦੇ ਮੁਤਾਬਿਕ ਤਾਂ 48 ਘੰਟੇ ਕਾਪੀ ਹੋਣੀ ਚਾਹੀਦੀ ਹੈ। ਇਹ ਅੱਜ ਸਵੇਰੇ ਆ ਜੋ ਸਾਹਿਬ ਨਹੀਂ ਹੈਗੇ, ਅੱਜ ਇਨਵਾਰਡ ਨਹੀਂ ਹੈਗਾ, ਮੈਡਮ ਨਹੀਂ ਹੈਗੀ, ਪ੍ਰਾਈਵੇਟ ਸਟਾਫ ਨਹੀਂ ਹੈਗਾ, ਬਸ। ਕਿੰਨੀ ਡਿਪੈਂਡੈਂਸੀ ਪਈ ਹੋਣੀ ਅੰਦਰ, ਜਿਹੜਾ ਆਮ ਲੋਕ ਜਿਹੜਾ ਕਿ ਆਉਂਦੇ ਨੇ ਕਿਸੇ ਦੇ ਥਰੂ ਕੰਮ ਕਰਾਉਂਦੇ, ਕਿੰਨੀ ਡਿਪੈਂਡੈਂਸੀ ਹੋਣੀ? ਕਾਫੀ ਫਾਈਲਾਂ ਅੰਦਰ ਢੇਰ ਲੱਗੇ ਪਏ ਜੀ। ਹੁਣ ਨੋਟ ਵੀ ਹੈ ਜਾਂ ਟ੍ਰਾਂਸਫਰ ਫਾਈਲਾਂ ਨੇ, ਨਵੀਆਂ ਫਾਈਲਾਂ ਨੇ, ਅੰਦਰ ਢੇਰ ਲੱਗਾ ਪਿਆ ਜੀ। ਕੋਈ ਸਮਾਂ ਨਹੀਂ ਪਾਬੰਦ ਕੀਤਾ ਗਿਆ ਵੀ ਇੰਨੇ ਸਮੇਂ ਦੇ ਵਿੱਚ ਆਹ ਕੰਮ ਹੋਣਾ, ਫਿਰ ਕੰਮ ਉਨੇ ਸਮੇਂ 'ਚ ਹੁੰਦਾ ਕਿ ਨਹੀਂ ਹੁੰਦਾ? ਜਿਹੜਾ ਸਮੇਂ ਸਰਕਾਰ ਵੱਲੋਂ ਨਿਸ਼ਚਿਤ ਕੀਤਾ ਗਿਆ ਉਹਦੇ ਵਿੱਚ ਕਾਪੀਆਂ ਨਹੀਂ ਹੁੰਦੀਆਂ ਜੀ। ਕਹਿਣ ਦਾ ਢੰਗ ਹੈ ਕਿ ਇੰਨੇ ਟਾਈਮ 'ਚ ਕਾਪੀ ਹੋਏਗੀ। ਕਿੰਨੇ ਟਾਈਮ ਦੇ ਵਿੱਚ ਨਵੀਂ ਆਰਸੀ ਬਣਨੀ ਹੈ, ਨਾ ਕੋਈ ਸਮਾਂ ਨਿਸ਼ਚਿਤ ਹੈਗਾ? ਇਹ ਸਰਕਾਰ ਵੱਲੋਂ ਤਾਂ ਇਹੀ ਕਿਹਾ ਜਾਂਦਾ ਜੀ 2-3 ਦਿਨ 'ਚ ਤੁਹਾਨੂੰ ਆਨਲਾਈਨ ਕਾਪੀ ਦੇ ਦਾਂਗੇ। ਇਹ 2 ਦਿਨ ਦਿੰਦੇ ਨਹੀਂ ਜੀ, ਘੱਟੋ ਘੱਟ ਮਹੀਨਾ ਕਾਪੀ ਲੱਗ ਜਾਂਦਾ। ਕਮਰਸ਼ੀਅਲ ਗੱਡੀ ਹੈ ਟਰੱਕ ਦੀ, ਉਹ ਪੰਜਾਬ ਇੱਕ ਲੁਧਿਆਣੇ ਦੀ ਸਿਸਟਮ ਹੈ ਕਿ ਨਵੀਂ ਕਮਰਸ਼ੀਅਲ ਗੱਡੀ ਲੈ ਲਈ ਨਾ ਤੇ ਪਹਿਲੀ ਕਿਸ਼ਤ ਬੰਦੇ ਨੂੰ ਘਰੋਂ ਹੀ ਪਾਣੀ ਪੈਂਦੀ ਹੈ, ਕਿਉਂਕਿ 1 ਮਹੀਨਾ ਤਾਂ ਆਰਸੀ ਨਹੀਂ ਮਿਲਦੀ। ਬੰਦਾ ਕੀ ਗੱਡੀ ਚਲਾਊਗਾ ਤੇ ਕੀ ਕਿਸ਼ਤ ਦੇਊਗਾ?
ਤੇ ਲੱਗਦਾ ਨਹੀਂ ਕਾਰਨ ਕੀ ਆ? ਭ੍ਰਿਸ਼ਟਾਚਾਰ ਕਾਰਨ ਕੀ ਹੈ? ਭ੍ਰਿਸ਼ਟਾਚਾਰ ਹੈ ਜੀ। ਸਾਰੇ ਸ਼ਹਿਰ ਨੂੰ ਪਤਾ ਕਿ ਬਗੈਰ ਭ੍ਰਿਸ਼ਟਾਚਾਰ ਦਿੱਤੇ ਲਿੱਤੇ ਪਰ ਕੰਮ ਨਹੀਂ ਹੁੰਦਾ। ਕੋਈ ਐਕਸ਼ਨ ਲਿਆ? ਨਵੇਂ ਮੰਤਰੀ ਸਾਹਿਬ ਬਣੇ ਨੇ, ਜਿਵੇਂ ਬੱਸਾਂ ਤਾਂ ਬੰਦ ਹੋ ਗਈਆਂ, ਲੋਕ ਪਰੇਸ਼ਾਨ ਨੇ, ਬੱਸਾਂ ਨਹੀਂ ਆ ਰਹੀ, ਪਬਲਿਕ ਟਰਾਂਸਪੋਰਟ ਤਾਂ ਬੰਦ ਹੋ ਗਈ, ਕੀ ਇੱਥੇ ਕੋਈ ਐਕਸ਼ਨ ਹੋਇਆ ਕਿ ਨਹੀਂ ਹੋਇਆ? ਐਕਸ਼ਨ ਕੋਈ ਨਹੀਂ, ਸ਼ਿਕਾਇਤਾਂ ਰੋਜ਼ ਢੇਰ ਆਉਂਦੇ ਆ ਜੀ। ਸਾਡੇ ਵੱਲੋਂ ਦਿੱਤੀ ਗਈ ਸੀ ਐਸੋਸੀਏਸ਼ਨ ਵੱਲੋਂ, ਇਹ ਕਹਿੰਦੇ ਜੀ ਕਾਰਵਾਈ ਕਰਾਂਗੇ, ਕੋਈ ਕਾਰਵਾਈ ਨਹੀਂ ਹੁੰਦੀ ਜੀ। ਹਾਲੇ ਤੱਕ ਕੋਈ ਕਾਰਵਾਈ ਨਹੀਂ ਹੋਈ। ਕੋਈ ਨਹੀਂ, ਬਕਾਇਦਾ ਸ਼ਿਕਾਇਤਾਂ ਦਿੱਤੀਆਂ, ਐਫੀਡੇਵਿਟ ਵੀ ਦਿੱਤੇ ਆ, ਆਪਣੇ ਬਿਆਨ ਵੀ ਦਰਜ ਕਰਾਏ ਹੋਏ ਆ, ਫਿਰ ਵੀ ਉੱਥੇ ਕੀ ਬਿਆਨ ਦਰਜ ਕੀਤਾ? ਕੀ ਮਾਮਲਾ? ਅਸੀਂ ਇਹੀ ਬਿਆਨ ਦਰਜ ਕਰਾਏ ਸੀ ਕਿ ਬਕਾਇਦਾ ਉੱਥੋਂ ਰਿਸ਼ਵਤ ਦਾ ਬੜਾਵਾ ਦਿੱਤਾ, ਪੈਸੇ ਲਏ ਜਾਂਦੇ ਆ, ਪੈਸੇ ਦੇ ਉੱਤੇ ਕੰਮ ਨਹੀਂ ਕੀਤਾ ਜਾਂਦਾ। ਅਸੀਂ ਕਿਹਾ ਵੀ ਹੈ, ਫਿਰ ਵੀ ਕੋਈ ਗੱਲ ਨਹੀਂ। ਲੱਗਦਾ ਕੋਈ ਹੱਲ ਹੋਊਗਾ ਨਵੇਂ ਮੰਤਰੀ ਸਾਹਿਬ ਨਾਲ ਕਿ ਸਿਰਫ ਬੱਸਾਂ ਹੀ ਬੰਦ ਹੋਣਗੀਆਂ? ਵੀ ਕਿਤੇ ਲੋਕ ਪਰੇਸ਼ਾਨ ਹੋ ਰਹੇ ਨੇ, ਬੱਸਾਂ ਅੱਗੇ 2 ਮਿੰਟ ਦੀ ਸਰਵਿਸ ਸੀ, ਹੁਣ ਕੋਈ ਅੱਧਾ ਘੰਟਾ ਵੇਟ ਕਰਨੀ ਪੈਂਦੀ ਕਿਤੇ। ਦੇਖੋ ਜੀ, ਹੁਣ ਉਮੀਦ ਤਾਂ ਹੈਗੀ ਨਵੇਂ ਮਿਨਿਸਟਰ ਸਾਹਿਬ ਆਏ ਨੇ, ਸ਼ਾਇਦ ਕੋਈ ਹੱਲ ਨਿਕਲ ਆਵੇ, ਕਿਉਂਕਿ ਪਹਿਲਾਂ ਵੀ ਕਾਫੀ ਜ਼ੋਰ ਲਾ ਕੇ ਦੇਖਿਆ, ਹੁਣ ਉਹਨਾਂ ਨੂੰ ਮਿਲ ਕੇ ਦੇਖ ਲੈਂਦੇ ਆ, ਸ਼ਾਇਦ ਕੋਈ ਸੁਣਵਾਈ ਹੋ ਹੀ ਜਾਵੇ। ਬਾਬੂਆਂ ਦੇ ਕੰਨ ਤੇ ਜੂੰ ਸਰਕਦੀ ਹੈ ਜਾਂ ਆਰਟੀਏ ਦੇ? ਉਹਨਾਂ ਦੇ ਮੈਂ ਕਿਹਾ ਆਰਟੀਏ ਸਾਨੂੰ ਕਈ ਵਾਰ ਮਿਲ ਚੁੱਕੇ ਆ, ਬਾਬੂ ਨੇ ਪਰਵਾਹ ਹੀ ਨਹੀਂ, ਉਹ ਸ਼ਰੇਆਮ ਕਹਿ ਦਿੰਦੇ ਆ ਸਾਨੂੰ ਕੋਈ ਟੈਨਸ਼ਨ ਨਹੀਂ ਹੈ। ਉਹਨਾਂ ਨੂੰ ਕੋਈ 4-4 ਸਾਲ ਹੋ ਗਏ ਜੀ ਕਿ ਕਲਰਕ ਨੂੰ ਬੈਠੇ ਨੂੰ ਆ, ਉਹਨਾਂ ਦੀ ਐਪਲੀਕੇਸ਼ਨ ਸ਼ਿਕਾਇਤਾਂ ਕਢਾ ਕੇ ਦੇਖ ਲਓ, ਢੇਰ ਲੱਗਾ ਪਿਆ, ਉਹਨਾਂ ਨੂੰ ਪਰਵਾਹ ਹੀ ਨਹੀਂ। ਇੱਕ ਕਲਰਕ ਦੀ ਮੈਂ ਕਿਹਾ 100 150 ਕੰਪਲੇਂਟ ਹੋਣੀ ਹੈ, ਪਰਵਾਹ ਹੀ ਨਹੀਂ ਕਰਦੇ ਜੀ। ਜੇ ਕੰਪਲੇਂਟ ਹੈਗੀ ਹੈ, ਕੋਈ ਕਾਰਵਾਈ ਨਹੀਂ, ਕੋਈ ਗੱਲ ਨਹੀਂ ਕੀਤੀ ਜਾਂਦੀ, ਸਗੋਂ ਉਹਨੂੰ ਜਿਹੜਾ ਕੰਪਲੇਂਟ ਦਿੰਦਾ ਉਹ ਦਬਕੇ ਮਾਰੇ ਜਾਂਦੇ ਆ। ਤੁਸੀਂ ਤੁਹਾਡੇ ਵੱਲੋਂ ਕੋਈ ਕੰਪਲੇਂਟ ਕੀਤੀ ਗਈ ਇਸ ਸਾਡੇ ਮਾਮਲੇ ਵੱਲੋਂ ਕੰਪਲੇਂਟਾਂ ਹੋਈਆਂ ਵੀ ਆਲਰੇਡੀ, ਐਫੀਡੇਵਿਟ ਦਿੱਤਾ ਹੋਇਆ ਅੰਦਰ ਸਾਡੀ ਐਸੋਸੀਏਸ਼ਨ ਵੱਲੋਂ ਕਿ ਪੈਸੇ ਲਏ ਜਾਂਦੇ, ਪੈਸੇ ਵਗੈਰਾ ਕੰਮ ਨਹੀਂ ਕੀਤਾ ਜਾਂਦਾ। ਕੋਈ ਹੱਲ ਨਹੀਂ ਹੋਇਆ? ਕੋਈ ਹੱਲ ਨਹੀਂ ਜੀ। ਅਸੀਂ 2-3 ਵਾਰ ਮਿਲ ਵੀ ਚੁੱਕੇ ਹਾਂ, ਫਿਰ ਉੱਥੇ ਹੀ ਹੈ। ਉਸ ਤੋਂ ਬਾਅਦ 2 ਘੰਟੇ ਕਲਰਕ ਬੈਠਦੇ, ਉਹ ਤੋਂ ਮਿਲਦੇ ਨਹੀਂ, ਉਹ ਤੋਂ ਬਾਅਦ ਪ੍ਰਾਈਵੇਟ ਸਟਾਫ ਨੂੰ ਮਿਲੋ। ਹੁਣ ਤਾਂ ਕਹਿੰਦੇ ਸਟ੍ਰਾਈਕ ਚੱਲਦੀ ਪਈ ਆ ਕਿ ਸਟ੍ਰਾਈਕ ਤੋਂ ਪਹਿਲਾਂ ਕਿਹੜਾ ਕੰਮ ਹੁੰਦਾ ਸੀ? ਇੱਥੇ ਤੁਸੀਂ ਸਰਵੇ ਕਰਕੇ ਦੇਖ ਲਓ, ਇੱਕ ਬੰਦੇ ਕੋਲ ਪੁੱਛ ਕੇ ਦੇਖ ਲਓ, ਇੱਥੇ ਬੁਰੇ ਹਾਲ ਹੈ ਜੀ, ਕੋਈ ਸੁਣਦਾ ਹੀ ਨਹੀਂ ਕੰਮ ਨੂੰ। ਜਦ ਕਿ ਫਾਈਲ ਦੀ ਲੋੜ ਹੀ ਨਹੀਂ, ਫਾਈਲ ਕਹਿੰਦੇ ਲਿਆਓ ਜੀ, ਫਾਈਲ ਦਿਓ ਸਾਨੂੰ, ਫਾਈਲ ਦਿਓ ਜੀ। ਮੰਗਦੇ ਨੇ ਜਦ ਸਰਕਾਰ ਪੇਪਰਲੈਸ ਪਾਲਿਸੀ ਕਹਿੰਦੀ ਹੈ, ਫਾਈਲ ਮੰਗਦੇ ਨੇ। ਇਹ ਫਾਈਲ ਇਸ ਕਰਕੇ ਮੰਗਦੇ ਨੇ ਕਿ ਫਾਈਲ ਮੰਗਾਂਗੇ ਕੋਈ ਦੇ ਕੇ ਜਾਊਗਾ, ਨਹੀਂ ਤਾਂ ਆਨਲਾਈਨ ਅਸੀਂ ਅਪਰੂਵਲ ਕਰ ਦਾਂਗੇ, ਸਾਨੂੰ ਕਿਹਨੇ ਪੁੱਛਣਾ। ਫਾਸਟਵੇ ਨਿਊਜ਼ ਦੇ ਲਈ ਲੁਧਿਆਣਾ ਤੋਂ ਤਰਸੇਮ ਭਾਰਦਵਾਜ ਦੀ ਰਿਪੋਰਟ। ਲੁਧਿਆਣਾ ਦੇ ਵਿੱਚ ਡੇਂਗੂ ਦਾ ਕਹਿਰ ਵੱਧਦਾ ਜਾ ਰਿਹਾ ਹੈ। ਮੰਗਲਵਾਰ ਨੂੰ ਜ਼ਿਲ੍ਹੇ ਦੇ ਵਿੱਚ ਕੁੱਲ ਡੇਂਗੂ ਦੇ 345 ਕੇਸਾਂ ਦੀ ਪੁਸ਼ਟੀ ਹੋਈ ਹੈ ਤੇ ਦੱਸ ਦਈਏ ਕਿ ਲੁਧਿਆਣਾ ਸ਼ਹਿਰ ਦੇ ਵਿੱਚ ਹੀ ਮੰਗਲਵਾਰ ਨੂੰ 269 ਕੇਸ ਸਾਹਮਣੇ ਆਏ ਨੇ। ਇਸ ਦੇ ਨਾਲ ਹੀ ਅੱਜ ਤੱਕ ਜ਼ਿਲ੍ਹੇ ਦੇ ਵਿੱਚ ਡੇਂਗੂ ਦੇ ਕੁੱਲ 592 ਕੇਸਾਂ ਦੀ ਪੁਸ਼ਟੀ ਹੋਈ ਹੈ। ਖੰਨਾ ਦੇ ਰੇਲਵੇ ਲਾਈਨ ਨਜ਼ਦੀਕ ਲਲਹੇਰੀ ਰੋਡ ਤੇ ਐਸੋਸੀਏਸ਼ਨ ਦੇ ਮੈਂਬਰਾਂ ਤੇ ਸਥਾਨਕ ਦੁਕਾਨਦਾਰਾਂ ਦੇ ਵੱਲੋਂ ਧਰਨਾ ਪ੍ਰਦਰਸ਼ਨ ਦਿੱਤਾ ਗਿਆ ਤੇ ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਕੈਬਨਿਟ ਮੰਤਰੀ ਗੁਰਕੀਰਤ ਕੋਟੀ ਦੇ ਵੱਲੋਂ ਉਹਨਾਂ ਨੂੰ ਵਾਅਦਾ ਕੀਤਾ ਗਿਆ ਸੀ ਕਿ ਲਲਹੇਰੀ ਰੋਡ ਤੇ ਸੜਕ ਨਿਰਮਾਣ ਕਰਵਾਇਆ ਜਾਵੇਗਾ, ਪਰ ਉਹਨਾਂ ਕਿਹਾ ਕਿ ਠੇਕੇਦਾਰ ਦੇ ਵੱਲੋਂ ਖੱਡੇ ਤਾਂ ਪੁੱਟ ਦਿੱਤੇ ਗਏ ਨੇ ਪਰ ਸੜਕਾਂ ਨਹੀਂ ਬਣਾਈਆਂ ਜਾ ਰਹੀਆਂ, ਜਿਸ ਕਾਰਨ ਲੋਕਾਂ ਨੂੰ ਕਾਫੀ ਹੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੇਡੀ ਰੋਡ ਸੜਕ ਨਾ ਬਣ ਕਰਕੇ ਧਰਨਾ ਲਾਇਆ, ਨਾਰੇ ਲਾ ਕੇ ਸਾਡਾ ਗਲਾ ਵੀ ਬਹਿ ਗਿਆ। ਮੈਂ ਥੋੜਾ ਔਖਾ ਬੋਲਦਾ, ਹੁਣ ਧਰਨਾ ਲਾਉਣ ਇੱਥੇ ਟਾਈਮ ਕੋਈ ਨਹੀਂ ਆਇਆ। ਉਰੇ ਸਿਰਫ ਹੁਣ ਤਹਿਸੀਲਦਾਰ ਸਾਹਿਬ ਆਏ ਨੇ, ਉਹ ਸਾਨੂੰ ਵਿਸ਼ਵਾਸ ਦੇ ਰਹੇ ਨੇ ਵੀ ਤੂੰ ਧਰਨਾ ਚੱਕ ਲਓ। ਪਹਿਲਾਂ ਅਸੀਂ ਮੰਗ ਪੱਤਰ ਦੇ ਕੇ ਆਏ ਹਾਂ, ਉੱਥੇ ਕੋਈ ਵਿਸ਼ਵਾਸ ਨਹੀਂ ਦਵਾਇਆ। ਅਸੀਂ ਹਾਰ ਕੇ ਧਰਨਾ ਲਾ ਰਹੇ ਹਾਂ। ਜੇ ਸਾਡਾ ਸੜਕ ਨਾ ਬਣੀ ਉਸ ਤੋਂ ਬਾਅਦ ਅਸੀਂ ਜੀਟੀ ਰੋਡ ਜਾਮ ਕਰਾਂਗੇ। ਮੁਰਦਾਬਾਦ ਨਾਰੇ ਲਾ ਕੇ ਸਾਡਾ ਗਲਾ ਵੀ ਬੈਠਾ ਹੋਇਆ। ਕਿੰਨਾ ਚਿਰ ਹੋ ਗਿਆ ਸੜਕ ਨਹੀਂ ਬਣ ਰਹੀ? 2 ਮਹੀਨੇ ਨੂੰ ਟਾਈਮ ਦਿੱਤਾ ਸੀਗਾ, 4 ਮਹੀਨੇ ਹੋ ਗਏ। ਅਸੀਂ ਭੁੱਖੇ ਮਰਨ ਤੋਂ ਭੁੱਖੇ ਮਰ ਰਹੇ ਹਾਂ, ਠੀਕ ਹੈ। ਦੁਕਾਨਾਂ ਬੰਦ ਨੇ, ਅਸੀਂ ਕਿਹਾ ਵੀ ਧਰਨਾ ਲਾ ਕੇ ਵੈਸੇ ਹੀ ਭੁੱਖੇ ਮਰ ਜੀਏ। ਸਾਡੀ ਪਿੰਡੇ ਰੋਜ਼ ਧੂੜ ਫੱਕ ਕੇ ਸਾਡਾ ਤੈਨੂੰ ਵੀ ਅੱਧਾ ਕਿਲੋ ਮਿੱਟੀ ਤਾਂ ਰੋਜ਼ ਅੰਦਰ ਜਾਂਦੀ ਹੋਣੀ ਆ। ਸ਼ਾਮ ਨੂੰ ਸ਼ਕਲਾਂ ਬਦਲ ਜਾਂਦੀਆਂ ਨੇ, ਕੰਮ ਬੰਦ ਪਏ ਨੇ, ਕੋਈ ਦੁਕਾਨ ਤੇ ਗਾਹਕ ਆਉਂਦਾ ਨਹੀਂ ਹੈਗਾ। ਕੀ ਕਾਰਨ ਕੀ ਕਾਰਨ ਕੀ ਹੈ? ਰਸਤਾ ਨਹੀਂ ਹੈਗਾ ਆਉਣ ਵਾਸਤੇ, ਨਾ ਸੜਕ ਤੇ ਰਸਤਾ, ਨਾ ਗਲੀਆਂ 'ਚ ਰਸਤਾ, ਕਿਤੇ ਗਾਹਕ ਨੂੰ ਪਹੁੰਚਣ ਨੂੰ ਰਸਤਾ ਨਹੀਂ। ਲਲੇੜੀ ਤੋਂ ਮੁੜ ਜਾਂਦੇ ਨੇ ਗਾਹਕ ਸਾਰੇ। ਜੇ ਨਾ ਹੋਇਆ ਅਗਲਾ ਸਟੈਪ ਕੀ ਹੋਊਗਾ? ਨਾ ਹੋਇਆ ਤਾਂ ਅਗਲਾ ਸਟੈਪ ਜੀਟੀ ਰੋਡ ਜਾਮ ਕਰਾਂਗੇ, ਜਾ ਕੇ ਜਾਮ ਕਰਾਂਗੇ ਜੀ ਅਸੀਂ। ਲਲਹੇੜੀ ਚੌਂਕ ਤੇ ਜੀ ਪਬਲਿਕ ਨੂੰ ਕੋਈ ਰੋਸ ਸੀਗਾ ਵੀ ਸੜਕ ਜਲਦੀ ਬਣੇ ਤੇ ਉਸ ਸੰਬੰਧ ਵਿੱਚ ਜੀ ਐਸਟੀਐਮ ਸਾਹਿਬ ਨੇ ਭੇਜਿਆ ਇੱਥੇ ਤੇ ਆਸ਼ਵਾਸਨ ਦਿੱਤਾ ਕਿ ਕੱਲ ਨੂੰ ਕੰਮ ਜੀ ਸ਼ੁਰੂ ਹੋ ਜਾਣਾ ਜੀ ਇੱਥੇ ਤੇ ਬਸ ਇਹੀ ਹੈ ਜੀ। ਥੈਂਕ ਯੂ। ਤੇ ਕੁਝ ਦਿਨ ਪਹਿਲਾਂ ਕਸ਼ਮੀਰ ਘਾਟੀ ਦੇ ਵਿੱਚ ਅੱਤਵਾਦੀਆਂ ਦੇ ਵੱਲੋਂ 2 ਅਧਿਆਪਕਾਂ ਦਾ ਕਤਲ ਕਰ ਦਿੱਤਾ ਗਿਆ ਸੀ, ਜਿਸ ਦੇ ਵਿਰੋਧ ਦੇ ਵਿੱਚ ਆਮ ਆਦਮੀ ਪਾਰਟੀ ਦੇ ਵੱਲੋਂ ਲੁਧਿਆਣਾ ਦੇ ਵਿੱਚ ਕੈਂਡਲ ਮਾਰਚ ਕੱਢਿਆ ਗਿਆ ਤੇ ਇਸ ਦੇ ਨਾਲ ਹੀ ਮ੍ਰਿਤਕ ਅਧਿਆਪਕਾਂ ਨੂੰ ਸ਼ਰਧਾਂਜਲੀ ਵੀ ਦਿੱਤੀ ਗਈ ਹੈ ਤੇ ਇਸ ਮਾਰਚ ਦੀ ਅਗਵਾਈ ਆਪ ਲੁਧਿਆਣਾ ਦੇ ਆਗੂ ਜਗਦੀਪ ਸਿੰਘ ਨੇ ਕੀਤੀ ਹੈ ਤੇ ਉਹਨਾਂ ਇਸ ਦੌਰਾਨ ਕਿਹਾ ਕਿ ਅਧਿਆਪਕਾਂ ਦਾ ਕਤਲ ਕਰਨ ਦਾ ਮਤਲਬ ਹੈ ਸਮਾਜ ਦਾ ਕਤਲ ਤੇ ਉਹਨਾਂ ਕਿਹਾ ਕਿ ਸਰਕਾਰ ਨੂੰ ਕਸ਼ਮੀਰ ਦੇ ਵਿੱਚ ਘੱਟ ਗਿਣਤੀ ਭਾਈਚਾਰੇ ਦੇ ਲੋਕਾਂ ਦੀ ਸੁਰੱਖਿਆ ਦੇ ਲਈ ਵੀ ਕਦਮ ਚੁੱਕਣੇ ਚਾਹੀਦੇ ਨੇ। ਆਮ ਆਦਮੀ ਪਾਰਟੀ ਦਾ ਜੁਆਇੰਟ ਸਕੱਤਰ ਸਿਰਫ ਇਹੀ ਗੱਲ ਕਹਿਣੀ ਚਾਹੁੰਦਾ ਬਈ ਜਿਹੜਾ ਕਿ ਜੰਮੂ ਕਸ਼ਮੀਰ ਦੇ ਵਿੱਚ ਅੱਤਵਾਦੀਆਂ ਵੱਲੋਂ ਘਿਨਾਉਣਾ ਕੰਮ ਕੀਤਾ ਗਿਆ। 2 ਟੀਚਰਸ ਜਿਹੜੇ ਕਿ ਸਮਾਜ ਨੂੰ ਸਿਰਜਦੇ ਨੇ, ਸਮਾਜ ਦੀ ਸਿਰਜਣਾ ਕਰਦੇ ਨੇ, ਉਹਨਾਂ ਦਾ ਕਤਲ ਕੀਤਾ ਗਿਆ।
ਇਹ ਕਤਲ ਉਹਨਾਂ ਦਾ ਨਹੀਂ, ਇੱਕ ਸਮਾਜ ਦਾ ਕਤਲ ਕੀਤਾ ਗਿਆ ਔਰ ਸਮਾਜ ਦੇ ਜਿਹੜੇ ਕਿ ਕਰਿੰਦੇ ਨੇ ਜਿਨ੍ਹਾਂ ਨੇ ਸਮਾਜ ਨੂੰ ਬਣਾਉਣਾ ਹੈ ਉਹਨਾਂ ਦਾ ਕਤਲ ਹੋਇਆ। ਅਜਿਹੇ ਕਤਲਾਂ ਦੀ ਆਮ ਆਦਮੀ ਪਾਰਟੀ ਨਿਖੇਧੀ ਕਰਦੀ ਹੈ ਅਤੇ ਸਰਕਾਰ ਤੋਂ ਪੁਰਜ਼ੋਰ ਮੰਗ ਕਰਦੀ ਹੈ ਬਈ ਉੱਥੇ ਜਿਸ ਤਰ੍ਹਾਂ ਵੀ ਜਿਵੇਂ ਤਿਵੇਂ ਵੀ ਹੋ ਸਕੇ ਘੱਟ ਗਿਣਤੀਆਂ ਦੀ ਸੁਰੱਖਿਆ ਕੀਤੀ ਜਾਵੇ। ਕਸ਼ਮੀਰ ਦੇ ਅੰਦਰ ਲਗਾਤਾਰ ਹੋ ਰਹੀਆਂ ਹੱਤਿਆਵਾਂ ਦਾ ਅੱਜ ਅਸੀਂ ਨਿਖੇਧੀ ਕਰ ਰਹੇ ਹਾਂ, ਮੋਮਬੱਤੀ ਜਲਾ ਕੇ ਉਹਨਾਂ ਨੂੰ ਸ਼ਰਧਾਂਜਲੀ ਦੇ ਰਹੇ ਹਾਂ ਤਾਂ ਕਿ ਸਾਡੀ ਸਰਕਾਰ ਜਿਹੜੀ ਨਿਕੰਮੀ ਸਰਕਾਰ ਮੋਦੀ ਸਰਕਾਰ ਜਿਹੜੀ ਸ਼ੁਰੂ ਤੋਂ ਅੱਜ ਤੱਕ ਕਸ਼ਮੀਰ ਦੇ ਅੰਦਰ ਠੱਲ ਨਹੀਂ ਪਾ ਪਾਈ। ਲਗਾਤਾਰ ਉੱਥੇ ਹੱਤਿਆਵਾਂ ਹੋ ਰਹੀਆਂ, ਜਿਹੜੇ ਘੱਟ ਗਿਣਤੀ ਹੈ ਉਹਨਾਂ ਦੀਆਂ ਲਗਾਤਾਰ ਉੱਥੇ ਹੱਤਿਆਵਾਂ ਹੋ ਰਹੀਆਂ। ਸੋ ਅੱਜ ਅਸੀਂ ਮੰਗ ਕਰਦੇ ਹਾਂ ਮੋਦੀ ਸਰਕਾਰ ਤੋਂ ਕਿ ਕਸ਼ਮੀਰ ਦੇ ਅੰਦਰ ਉਹਨਾਂ ਦੀ ਸੁਰੱਖਿਆ ਨਿਸ਼ਚਿਤ ਕੀਤੀ ਜਾਵੇ ਤਾਂ ਕਿ ਜਿਹੜੀਆਂ ਪਿੱਛੇ ਸਾਡੀ ਇੱਕ ਭੈਣ ਤੇ ਕਈ 3-4 ਸਾਡੇ ਭਰਾ ਜਿਹੜੇ ਨੇ ਉਹਨਾਂ ਦੀ ਹੱਤਿਆ ਕੀਤੀ ਗਈ ਹੈ, ਨਰਸੰਹਾਰ ਜਿਹੜੇ ਕਰ ਰਹੇ ਅੱਤਵਾਦੀ, ਉਹਨਾਂ ਦੇ ਉੱਤੇ ਠੱਲ ਪਾਈ ਜਾਏ। ਖੰਨਾ ਵਿਖੇ ਪ੍ਰਵਾਸੀ ਮਹਿਲਾ ਦੇ ਵੱਲੋਂ ਸਿਵਲ ਹਸਪਤਾਲ ਦੇ ਬਾਹਰ ਸੜਕ ਤੇ ਹੀ ਬੱਚੇ ਨੂੰ ਜਨਮ ਦਿੱਤਾ ਗਿਆ ਸੀ। ਸੋ ਇਸ ਮਾਮਲੇ ਸੰਬੰਧੀ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਦੇ ਵੱਲੋਂ ਜਾਂਚ ਦੀ ਸਿਫਾਰਿਸ਼ ਕੀਤੀ ਗਈ ਸੀ ਤੇ ਇਸ ਦੇ ਲਈ ਫੈਮਿਲੀ ਵੈਲਫੇਅਰ ਪੰਜਾਬ ਖੰਨਾ ਦੇ ਡਾਇਰੈਕਟਰ ਡਾਕਟਰ ਓਪੀ ਗੋਜਰਾ ਜਾਂਚ ਕਰਨ ਦੇ ਲਈ ਸਿਵਲ ਹਸਪਤਾਲ ਆਏ ਤੇ ਉਹਨਾਂ ਕਿਹਾ ਕਿ ਇਸ ਮਾਮਲੇ ਸੰਬੰਧੀ ਜੋ ਵੀ ਕਰਮਚਾਰੀ ਦੋਸ਼ੀ ਪਾਇਆ ਜਾਵੇਗਾ ਉਸ ਦੇ ਖਿਲਾਫ ਕਾਰਵਾਈ ਵੀ ਕੀਤੀ ਜਾਵੇਗੀ ਤੇ ਉਹਨਾਂ ਕਿਹਾ ਕਿ ਮਹਿਲਾ ਤੇ ਉਸ ਦਾ ਬੱਚਾ ਬਿਲਕੁਲ ਸਵਸਥ ਹੈ ਜਿਸ ਨੂੰ ਕਿ ਦੇਖਭਾਲ ਹੇਠ ਰੱਖਿਆ ਗਿਆ ਤੇ ਉਹਨਾਂ ਦਾ ਕਹਿਣਾ ਹੈ ਕਿ ਗਰਭਵਤੀ ਮਹਿਲਾ ਨੂੰ ਹਸਪਤਾਲ ਦੇ ਵਿੱਚ ਆਉਣ ਤੋਂ ਬਾਅਦ ਉਹਨਾਂ ਪਾਸੋਂ ਰਿਕਾਰਡ ਮੰਗਿਆ ਗਿਆ ਸੀ ਤੇ ਜਦੋਂ ਮਹਿਲਾ ਰਿਕਾਰਡ ਲੈਣ ਦੇ ਲਈ ਬਾਹਰ ਗਈ ਤਾਂ ਸੜਕ ਤੇ ਹੀ ਮਹਿਲਾ ਦੀ ਡਿਲੀਵਰੀ ਹੋ ਗਈ। ਜਿਸ ਨੂੰ ਮੀਡੀਆ ਦੇ ਵਿੱਚ ਖਬਰ ਆ ਰਹੀ ਸੀ ਕਿ ਜਿਹੜਾ ਇੱਕ ਖੰਨੇ ਦੇ ਵਿੱਚ ਡਿਲੀਵਰੀ ਜਿਹੜੀ ਉਹ ਬਾਹਰ ਸੜਕ ਤੇ ਹੋਈ ਸੀ ਤੇ ਉਹਦੇ ਮੁਤਲਕ ਜੀ ਅੱਜ ਇਹ ਦੇਖਣ ਆਏ ਸੀ ਤੇ ਇੱਕ ਤੇ ਇਨਕੁਆਰੀ ਮਾਰ ਕੀਤੀ ਹੈ ਤੇ ਮੇਰੇ ਨਾਲ ਡਾਕਟਰ ਇੰਦਰਦੀਪ ਵੀ ਆਏ ਆ। ਇਹ ਵੀ ਇਨਕੁਆਰੀ ਹੁਣ ਆਪ ਵੀ ਕਰਨਗੇ ਤੇ ਜੇ ਜਿਹੜਾ ਵੀ ਕੋਈ ਦੋਸ਼ੀ ਪਾਇਆ ਗਿਆ ਤੇ ਉਹਦੇ ਅਗੇਂਸਟ ਜਿਹੜੀ ਆ ਉਹ ਐਕਸ਼ਨ ਲਿਆ ਜਾਏਗਾ ਤੇ ਫਿਲਹਾਲ ਮਾਂ ਬੱਚਾ ਬਿਲਕੁਲ ਠੀਕ ਹੈ, ਉਹਨਾਂ ਨੂੰ ਦੇਖ ਲਿਆ ਗਿਆ ਹੈ ਤੇ ਉਹ ਬਿਲਕੁਲ ਹੁਣ ਸਭ ਠੀਕ ਹੈ। ਬਿਲਕੁਲ ਜਿੱਦਾਂ ਕਿ ਤੁਸੀਂ ਗੱਲ ਕੀਤੀ ਹੈ ਉਹਨਾਂ ਨਾਲ ਜੋ ਲੇਡੀਜ਼ ਹੈ ਤੇ ਉਹਨਾਂ ਦਾ ਕੀ ਕਹਿਣਾ ਸੀਗਾ? ਉਹਨਾਂ ਦਾ ਇਹੀ ਕਹਿਣਾ ਸੀ ਕਿ ਜਦੋਂ ਉਹ ਆਏ ਹੈ ਤੇ ਉਹਨਾਂ ਨੂੰ ਇਹੀ ਕਿਹਾ ਗਿਆ ਕਿ ਸਾਡੇ ਜਿਹੜਾ ਰਿਕਾਰਡ ਤੁਸੀਂ ਲਿਆਓ ਤੇ ਉਸ ਤੋਂ ਬਾਅਦ ਜਿਹੜਾ ਆ ਉਹ ਕਿਸੇ ਤਰ੍ਹਾਂ ਜਦ ਬਾਹਰ ਗਏ ਤੇ ਉੱਥੇ ਹੀ ਉਹ ਪਤਾ ਲੱਗਿਆ ਕਿਉਂਕਿ 5ਵਾਂ ਬੱਚਾ ਸੀ ਤੇ ਉਹ ਡਿਲੀਵਰ ਹੋਣ ਕਰਕੇ ਤਾਂ ਫਿਰ ਉਹ ਕਹਿੰਦੇ ਸਾਨੂੰ ਇਮੀਡੀਏਟਲੀ ਬਾਹਰ ਹੀ ਜਿਹੜੀ ਉਹ ਡਿਲੀਵਰੀ ਹੋ ਗਈ ਆ ਤੇ ਇਹਦਾ ਅਸੀਂ ਪੜਤਾਲ ਕਰ ਰਹੇ ਹਾਂ ਹੁਣ। ਲੁਧਿਆਣਾ ਦੇ ਮਿਨੀ ਸਕੱਤਰੇਤ ਦੇ ਬਾਹਰ ਸਮਾਜਿਕ ਕਾਰਕੁਨ ਟੀਟੂ ਬਾਣੀਆ ਦੇ ਵੱਲੋਂ ਇੱਕ ਵਾਰ ਫਿਰ ਪ੍ਰਦਰਸ਼ਨ ਕੀਤਾ ਗਿਆ ਤੇ ਇਸ ਮੌਕੇ ਉਹਨਾਂ ਤਖਤੀਆਂ ਤੇ ਸਲੋਗਨ ਲਿਖ ਕੇ ਸਰਕਾਰ ਤੋਂ ਸਵਾਲ ਕੀਤੇ ਨੇ ਕਿ ਸਰਕਾਰ ਦੇ ਵੱਲੋਂ 650 ਕਰੋੜ ਰੁਪਏ ਪਾਸ ਹੋਣ ਦੇ ਬਾਵਜੂਦ ਵੀ ਅਜੇ ਤੱਕ ਬੁੱਢੇ ਨਾਲੇ ਦੀ ਸਫਾਈ ਕਿਉਂ ਨਹੀਂ ਕੀਤੀ ਗਈ। ਇਸ ਦੇ ਨਾਲ ਹੀ ਲੁਧਿਆਣਾ ਦੇ ਸਾਂਸਦ ਰਵਨੀਤ ਬਿੱਟੂ ਨੂੰ ਵੀ ਉਹਨਾਂ ਲੰਮੇ ਹੱਥੀ ਲਿਆ ਤੇ ਕਿਹਾ ਕਿ ਹੁਣ ਸਾਂਸਦ ਬਣਨਾ ਤਾਂ ਦੂਰ, ਰਵਨੀਤ ਬਿੱਟੂ ਦਾ ਕੌਂਸਲਰ ਬਣਨਾ ਵੀ ਮੁਸ਼ਕਲ ਹੈ। ਟੀਟੂ ਬਾਣੀਆ ਇੱਕ ਵਾਰ ਫੇਰ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਪਹੁੰਚੇ ਨੇ। ਇਹ ਆਏ ਦਿਨ ਟੀਟੂ ਬਾਣੀਆ ਕਿਸੇ ਨਾ ਕਿਸੇ ਮੁੱਦੇ ਨੂੰ ਲੈ ਕੇ ਸਰਕਾਰ ਨੂੰ ਘੇਰਦੇ ਰਹਿੰਦੇ ਨੇ। ਅੱਜ ਫੇਰ ਇੱਕ ਵਿਅੰਗਮਈ ਢੰਗ ਨਾਲ ਇਹਨਾਂ ਨੇ ਇੱਥੇ ਧਰਨਾ ਲਗਾ ਕੇ ਸਰਕਾਰ ਦੀਆਂ ਅੱਖਾਂ ਖੋਲ੍ਹਣ ਦੀ ਕੋਸ਼ਿਸ਼ ਕੀਤੀ ਸੀ, ਲੇਕਿਨ ਧਾਰਾ 144 ਲੱਗਣ ਹੋਣ ਕਰਕੇ ਇਹਨਾਂ ਦੇ ਭੰਡ ਇੱਥੋਂ ਭੱਜ ਚੁੱਕੇ ਨੇ, ਖੁਦ ਬੈਠੇ ਨੇ। ਕਿਤੇ ਨਾ ਕਿਤੇ ਇਹ ਲਗਾਤਾਰ ਸਰਕਾਰ ਨੂੰ ਬੁੱਢੇ ਨਾਲੇ ਤੇ ਘੇਰਦੇ ਰਹੇ ਨੇ। ਅੱਜ ਫੇਰ ਪ੍ਰਸ਼ਾਸਨ ਨੂੰ ਜਗਾਉਣ ਆਏ ਨੇ ਵੀ 650 ਕਰੋੜ ਕਿੱਥੇ ਗਿਆ, ਕਿਉਂ ਨਹੀਂ ਬੁੱਢੇ ਨਾਲੇ ਦੀ ਸਫਾਈ ਹੋਈ। ਜਿਵੇਂ ਇਹਨਾਂ ਦਾ ਅੰਦਾਜ਼ ਆ, ਪੋਸਟਰ ਨਾਲ ਲੈ ਕੇ ਆਉਂਦੇ ਨੇ। ਕਿਤੇ ਮੀਡੀਆ ਵੀ ਇਹਨਾਂ ਦੀ ਖੁਰਾਕ ਆ, ਇਹਨਾਂ ਦਾ ਵੀ ਰੀਚਾਰਜ ਖਤਮ ਹੋ ਜਾਂਦਾ ਜੇ ਮਹੀਨੇ ਕੁ ਬਾਅਦ ਮੀਡੀਆ ਸਾਹਮਣੇ ਨਾ ਆਉਣ। ਅੱਜ ਫੇਰ ਦੁਬਾਰਾ ਆਏ ਨੇ, ਕੀ ਕਹਿਣਾ ਚਾਹੁੰਦੇ ਜੇ ਰੀਚਾਰਜ ਖਤਮ ਹੋ ਗਿਆ ਤੁਹਾਡਾ? ਸਭ ਤੋਂ ਪਹਿਲਾਂ ਟੀਟੂ ਬਾਣੀਆ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਰੀਚਾਰਜ ਮੇਰਾ ਤਾਂ ਜੀ ਮੈਂ ਤਾਂ 24 ਘੰਟੇ ਚਾਰਜ ਰਹਿਣਾ ਮਗਰ। ਸਾਡੇ ਬੈਟਰੀਆਂ ਤਾਂ ਲੋਡ ਸਾਡੇ ਲੀਡਰਾਂ ਦੀਆਂ ਨੇ, ਬਥੇਰੀ ਮੈਂ ਚਾਰਜ ਕਰਦਾ ਵਾਂ। ਰਵਨੀਤ ਬਿੱਟੂ ਦੀ ਬੈਟਰੀ ਕਿੰਨੀ ਚਾਰਜ ਕੀਤੀ ਆ ਪਰ ਚਾਰਜ ਹੋਈ ਨਹੀਂ। ਮੈਨੂੰ ਤਾਂ ਲੱਗਦਾ ਵਾ ਵੀ 2024 ਦੇ ਵਿੱਚ ਲੋਕਾਂ ਨੇ ਬੈਟਰੀ ਬਦਲ ਦੇਣੀ ਆ, ਕੋਈ ਹੋਰ ਬੰਦਾ MP ਬਣਾ ਦੇਣਾ ਮਗਰ। ਮੈਂ ਤਾਂ ਚਾਹੁੰਦਾ ਸੀਗਾ ਵੀ ਰਵਨੀਤ ਬਿੱਟੂ ਮੁੱਖ ਮੰਤਰੀ ਬਣੇ। ਮੈਨੂੰ ਤਾਂ ਲੱਗਦਾ ਦੁਬਾਰਾ ਇਹਨੇ MC ਨਹੀਂ ਬਣਨਾ ਜੋ ਜਿਹਦੇ ਕੰਮ ਆ। ਅੱਜ ਤਾਂ ਸਰਕਾਰਾਂ ਨੂੰ ਬੇਨਤੀ ਕਰਨ ਆਏ ਆ। ਟੀਟੂ ਬਾਣੀਆ ਨੇ ਬੁੱਢੇ ਨਾਲੇ ਵਾਸਤੇ ਬੜਾ ਰੌਲਾ ਪਾਇਆ, ਕਦੇ ਮਹੰਤ ਲੈ ਕੇ ਆਇਆ, ਕਦੇ ਸੈਂਪਲ ਲੈ ਕੇ ਆਇਆ ਤੇ 650 ਕਰੋੜ ਰੁਪਏ ਪਾਸ ਕਰਵਾਇਆ। ਮੈਨੂੰ ਤਾਂ ਲੱਗਦਾ ਜਿਹੜੇ ਲੀਡਰ ਹੈਗੇ ਆ ਉਹ 650 ਰੁਪਏ ਖੁਰਦ-ਬੁਰਦ ਕਰ ਦੇਣਗੇ। ਕੈਪਟਨ ਸਾਹਿਬ ਨੇ ਤਾਂ ਅਸਤੀਫਾ ਦਿੱਤਾ। ਮੈਂ ਤਾਂ ਰਵਨੀਤ ਬਿੱਟੂ ਨੂੰ ਪੁੱਛਣਾ ਚਾਹੁੰਦਾ ਵੀ ਤੇਰਾ ਕਾਲੇ ਬੋਰਡ 'ਤੇ ਨਾਂ ਲਿਖਿਆ ਹੋਇਆ ਵਾ, 650 ਕਰੋੜ ਕਿੱਥੇ ਆ, ਕਿਹੜੀ ਬੈਂਕ 'ਚ ਪਿਆ ਵਾ ਮੈਨੂੰ ਦੱਸ। ਹੁਣ ਤਾਂ ਵਿਆਜ ਵੀ ਬਹੁਤ ਬਣ ਗਿਆ ਹੋਊਗਾ 650 ਕਰੋੜ ਦਾ। ਅਤੇ ਮੈਂ ਚੰਨੀ ਸਾਹਿਬ ਨੂੰ ਬੇਨਤੀ ਕਰਦਾ ਵਾਂ
ਵੀ ਤੁਸੀਂ ਕਦੇ ਮੁੱਖ ਮੰਤਰੀ ਬਦਲ ਦਿੰਦੇ ਹੋ, ਕਦੇ ਯਾਨੀ ਮੰਤਰੀ ਬਦਲ ਦਿੰਦੇ ਹੋ, ਕਦੇ ਨਵੇਂ ਤੁਸੀਂ ਡਰਾਮੇ ਕਰੀ ਜਾਂਦੇ ਹੋ। ਮੈਂ ਤਾਂ ਬੇਨਤੀ ਕਰਦਾ ਵਾਂ ਚੰਨੀ ਸਾਹਿਬ 1 ਮਹੀਨੇ ਦੇ ਅੰਦਰ ਬੁੱਢਾ ਨਾਲਾ ਸਾਫ਼ ਕਰਾ ਦਿਓ। ਨਹੀਂ ਤਾਂ 5 ਸਾਲ ਹੋ ਗਏ ਹੋਇਆ ਨਹੀਂ, ਤੁਸੀਂ ਰੋਜ਼ ਇੰਨਾ, ਤੁਸੀਂ ਵੀ ਤਾਂ ਕਿੰਨਾ ਵੱਖ-ਵੱਖ ਢੰਗ ਨਾਲ ਹੋ ਕੀਤਾ, ਹਾਲੇ ਤੱਕ ਤਾਂ ਹੋਇਆ ਨਹੀਂ। ਕੀ ਆਹ 2-4 ਜਿਹੜੇ ਮਹੀਨੇ ਰਹਿ ਗਏ ਹੋ ਜਾਊਗਾ ਹੁਣ? ਦੇਖੋ ਜੀ, ਮੇਰੇ ਕੋਲ ਕੋਈ ਸਿਆਸੀ ਪਾਵਰ ਨਹੀਂ ਆ, ਕੋਈ ਮੈਂ MLA ਨਹੀਂ, ਕੋਈ MP ਨਹੀਂ ਆ। ਤੁਸੀਂ ਕਿਉਂ ਇੰਨਾ ਸਿਰਦਰਦੀ ਲਈ ਹੋਈ ਜਦੋਂ ਪਾਵਰ ਨਹੀਂ? ਫਿਰ ਇੱਥੇ ਆ ਕੇ ਤੁਹਾਡੇ ਕਹਿੰਦੇ ਜਾਗਦੇ ਤਾਂ ਹੈ ਨਹੀਂਗੇ ਕਿ ਇੱਕ ਸਿਰਫ ਇੱਕ ਆਪਣਾ ਤੁਸੀਂ ਜਿਹੜਾ ਹੈਗਾ ਮੀਡੀਆ ਸਾਹਮਣੇ ਛਾਉਣ ਆਉਂਦੇ ਹੋ ਵੀ ਜਿਵੇਂ ਪਹਿਲਾਂ ਕੈਸਟਾਂ ਵੀ ਕੱਢਦੇ ਸੀ, ਉਦੋਂ ਤਾਂ ਸ਼ਾਇਦ ਨਹੀਂ, ਹੁਣ ਥੋੜਾ ਜਿਹਾ ਮੀਡੀਆ 'ਚ ਫਲੋ ਵੀ ਬਣਿਆ ਹੋਇਆ ਤੁਹਾਡਾ, ਲੋਕ ਸੁਣਨਾ ਚਾਹੁੰਦੇ ਨੇ ਤੁਹਾਨੂੰ। ਦੇਖੋ ਜੀ, ਜੋ ਤੁਸੀਂ ਪੱਤਰਕਾਰ ਵੀਰ ਜੋ ਮੇਰੇ ਬਾਰੇ ਕਹਿ ਦੋਗੇ ਤਾਂ ਵਧੀਆ ਗੱਲ ਆ, ਤੁਹਾਡਾ ਮੈਂ ਗੁੱਸਾ ਵੀ ਨਹੀਂ ਕਰਦਾ, ਕਿਉਂਕਿ ਤੁਹਾਨੂੰ ਵੀ ਜਿਹੜੀਆਂ ਗੱਲਾਂ ਨੇ ਉਹ ਮਾੜੇ ਬੰਦੇ ਨੂੰ ਆ। ਮੈਂ ਤਾਂ ਇੱਕ ਬੇਨਤੀ ਕਰਦਾ ਮੈਂ, ਜਦੋਂ ਰਮਣੀ ਦੀ ਬਿੱਟੂ ਆ ਗਿਆ ਉਹਦੇ ਮੂੰਹ 'ਚ ਮੈਕ ਫਸਾ ਲੈਣਾ ਵਾ। ਹੁਣ ਪੁੱਛੋ ਬੁੱਢੇ ਨਾਲੇ ਦਾ ਰੁਪਈਆ ਕਿੱਥੇ ਆ? ਆਹ ਆਪਣੇ ਬੈਂਸ ਸਾਹਿਬ ਹੈਗੇ ਆ, ਰਾਸ਼ਟਰਪਤੀ ਦੀ ਵੋਟ ਤਾਂ ਪਾਉਂਦੇ ਆ BJP ਨੂੰ। ਹੁਣ ਕਿਸਾਨਾਂ ਦਾ ਪਤਾ ਲੈਣ ਗਏ, ਸ਼ਹੀਦ ਹੋਏ ਕਿਸਾਨਾਂ ਦਾ, ਉਹਨਾਂ ਨੂੰ ਵੀ ਪੁੱਛ ਲਿਓ ਵੀ ਤੁਸੀਂ ਲਾਈਵ ਕਿਉਂ ਨਹੀਂ ਹੋਏਗਾ। ਤੁਸੀਂ ਪੱਤਰਕਾਰ ਵੀਰ ਮੈਨੂੰ ਜੋ ਕਹੋਗੇ ਮੈਂ ਤਾਂ ਸਿਰ ਮੱਥੇ ਆ, ਮੈਂ ਤੁਹਾਡੀ ਬਦੌਲਤ ਆ। ਲੱਗਦਾ ਸੁਣਾਈ ਹੋਊ ਕਿ ਨਹੀਂ ਹੋਊ ਕਿ ਟੀਟੂ ਬਣਿਆ ਆਉਣ ਵਾਲੇ ਸਮੇਂ ਜਿਸ ਤਰ੍ਹਾਂ ਧਰਨੇ ਲਾਉਂਦਾ ਰਹੂਗਾ, ਚਾਹੇ ਸਰਕਾਰ ਜਿਹਦੀ ਮਰਜ਼ੀ ਹੋਵੇ, ਟੀਟੂ ਬਣੇ ਦੇ ਧਰਨੇ ਜਾਰੀ ਰਹਿਣਗੇ? ਟੀਟੂ ਬਣੀ ਅਜਗਰ ਆ ਚੋਣਾਂ ਤੋਂ ਪਹਿਲਾਂ ਪਤਾ ਨਹੀਂ ਮੈਂ ਕੀ ਕਰਨਾ ਮਗਰਾ। ਮੈਂ ਆਪਦਾ ਵੀ ਮੈਂ ਜਲੂਸ ਕੱਢੂ, ਇਹਨਾਂ ਦਾ ਵੀ ਕੱਢੂਗਾ। ਮੈਂ ਹਟਣ ਵਾਲਾ ਬੰਦਾ ਹੈ ਨਹੀਂ ਕਰਾ, ਕਿਉਂਕਿ ਆਉਣ ਵਾਲੀ ਪੀੜ੍ਹੀਆਂ ਵੀਰ ਆਪਾਂ ਨੂੰ ਪੁੱਛਣਗੀਆਂ, ਅਗਰ ਆਪਣੇ ਬੱਚੇ ਪੁੱਛਣਗੇ ਵਾਤਾਵਰਨ ਸਾਨੂੰ ਵਧੀਆ ਨਹੀਂ ਮਿਲਿਆ, ਸਾਨੂੰ ਪਾਣੀ ਵਧੀਆ ਨਹੀਂ ਮਿਲਿਆ। ਤੇ ਦੀਪ ਹਸਪਤਾਲ ਲੁਧਿਆਣਾ ਦੇ ਵਿੱਚ ਡਾਕਟਰਾਂ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ, ਜਿਸ ਦੇ ਵਿੱਚ ਐਡਵਾਂਸ ਲੀਵਰ ਪੈਡੀਆਟ੍ਰਿਕ ਨੂੰ ਲਾਂਚ ਕੀਤਾ ਗਿਆ। ਤੇ ਇਸ ਦੇ ਨਾਲ ਹੀ ਦੱਸ ਦਈਏ ਕਿ ਹੁਣ ਮਰੀਜ਼ਾਂ ਨੂੰ ਹਰ ਮਹੀਨੇ ਵਰਚੁਅਲੀ ਕੰਸਲਟੈਂਸੀ ਵੀ ਮਿਲ ਸਕਦੀ ਹੈ। ਮਰੀਜ਼ ਹਰ ਮਹੀਨੇ ਵਰਚੁਅਲੀ ਕੰਸਲਟ ਕਰ ਸਕਦੇ ਨੇ। ਇਸ ਦੇ ਨਾਲ ਹੀ ਬੱਚਿਆਂ ਨੂੰ ਐਡਵਾਂਸ ਲੀਵਰ ਕੇਅਰ ਮੁਹੱਈਆ ਕਰਵਾਉਣ ਸੰਬੰਧੀ ਵੀ ਜਾਣਕਾਰੀ ਦਿੱਤੀ ਗਈ ਹੈ। ਸੋ ਇਹ ਜਾਣਕਾਰੀ ਦੀਪ ਤੇ ਅਪੋਲੋ ਹਸਪਤਾਲ ਦੇ ਮਾਹਰ ਡਾਕਟਰਾਂ ਦੇ ਵੱਲੋਂ ਦਿੱਤੀ ਗਈ ਹੈ। ਇਹ ਕਹਿਣਾ ਚਾਹਾਂਗੇ ਕਿ ਲਿਵਰ ਦੀਆਂ ਬਹੁਤ ਸਾਰੀਆਂ ਬਿਮਾਰੀਆਂ ਨੇ ਜਿਹੜੀਆਂ ਬੜੀਆਂ ਐਡਵਾਂਸਡ ਨੇ ਤੇ ਜਿਨ੍ਹਾਂ ਦੇ ਪਹਿਲੇ ਇਲਾਜ ਨਹੀਂ ਸਨ ਹੁੰਦੇ, ਡਾਇਗਨੋਸਿਸ ਹੀ ਨਹੀਂ ਸਨ ਹੁੰਦੇ, ਤੇ ਉਹਨਾਂ ਦਾ ਟਾਈਮਲੀ ਟ੍ਰੀਟਮੈਂਟ ਹੋ ਸਕੇ, ਟਾਈਮਲੀ ਡਾਇਗਨੋਸਿਸ ਹੋ ਸਕੇ। ਇਸ ਪਰਪਸ ਨਾਲ ਅਸੀਂ ਜਿਹੜਾ ਹੈ ਲੁਧਿਆਣਾ ਆਉਣਾ ਸ਼ੁਰੂ ਕੀਤਾ ਤਾਂ ਕਿ ਪੇਸ਼ੈਂਟ ਟਾਈਮ 'ਤੇ ਸਾਨੂੰ ਦਿਖਾ ਸਕੇ, ਉਹਦਾ ਜੋ ਇਲਾਜ ਟਾਈਮਲੀ ਦਵਾਈਆਂ ਸ਼ੁਰੂ ਹੋ ਸਕਣ। ਜੇ ਕੋਈ ਸਰਜਰੀ ਨਾਲੋਂ ਠੀਕ ਹੋ ਸਕਦੇ ਨੇ ਉਹ ਸਰਜਰੀ ਨਾਲ ਠੀਕ ਹੋ ਜਾਣ, ਤੇ ਜੇ ਉਸ ਤੋਂ ਅੱਗੇ ਦੇ ਐਡਵਾਂਸ ਟ੍ਰੀਟਮੈਂਟ ਦੀ ਜ਼ਰੂਰਤ ਹੈ, ਜਿਵੇਂ ਲਿਵਰ ਬਦਲਣ ਦੀ ਲੋੜ ਹੈ, ਤੇ ਉਹਦੇ ਵਾਸਤੇ ਵੀ ਅਸੀਂ ਪੇਸ਼ੈਂਟ ਨੂੰ ਠੀਕ ਤਰ੍ਹਾਂ ਗਾਈਡ ਕਰ ਸਕੀਏ। ਕਿਉਂਕਿ ਲਿਵਰ ਟ੍ਰਾਂਸਪਲਾਂਟ ਦਾ ਨਾਂ ਸੁਣਦੇ ਹੀ ਪੇਸ਼ੈਂਟ ਤਾਂ ਬਿਲਕੁਲ ਹਤਾਸ਼ ਹੋ ਜਾਂਦਾ ਕਿ ਇਹ ਤਾਂ ਕਦੀ ਸੁਣਿਆ ਹੀ ਨਹੀਂ, ਤੇ ਵੱਡੇ ਬਜ਼ੁਰਗ ਵੀ ਕਹਿੰਦੇ ਨੇ ਨਹੀਂ ਅਸੀਂ ਤਾਂ ਇਹ ਤਾਂ ਕੋਈ ਚੀਜ਼ ਹੀ ਨਹੀਂ ਹੈਗੀ, ਇਹ ਤਾਂ ਪੇਸ਼ੈਂਟ ਵੀ ਮੈਨੂੰ ਕੋਈ ਬਚਣ ਦਾ ਸਕੋਪ ਹੀ ਨਹੀਂ, ਇਹ ਤਾਂ ਐਕਸਪੈਰੀਮੈਂਟਲ ਚੀਜ਼ ਹੈ। ਤੇ ਜਿਹੜਾ ਹਿੰਦੁਸਤਾਨ ਵਿੱਚ ਹੁਣ 20-22 ਸਾਲ ਤੋਂ ਟ੍ਰਾਂਸਪਲਾਂਟ ਹੋ ਰਹੇ ਨੇ, ਤੇ ਜਿਹੜੇ ਇੰਨੇ ਲੋਕ ਸਕਸੈਸਫੁਲ ਨੇ, ਜਿਹਦਾ ਪਹਿਲਾ ਟ੍ਰਾਂਸਪਲਾਂਟ ਹੋਇਆ ਸੀ, ਹੁਣ ਉਹ ਆਪ ਬੱਚਾ ਡਾਕਟਰ ਬਣ ਚੁੱਕਿਆ। ਤੇ ਲੋਕਾਂ ਨੂੰ ਇਹ ਅਵੇਅਰਨੈਸ ਮਿਲੇ, ਇਹ ਮੌਕਾ ਮਿਲੇ ਕਿ ਉਹ ਆਪਣੇ ਬੱਚੇ ਜਿਨ੍ਹਾਂ ਤੇ ਹਤਾਸ਼ ਹੋ ਕੇ ਜਿਨ੍ਹਾਂ ਨੂੰ ਛੱਡ ਦਿੰਦੇ ਨੇ, ਉਹਨਾਂ ਦੀ ਜ਼ਿੰਦਗੀ ਨੂੰ ਬਚਾ ਸਕਣ। ਕਿਸਾਨ ਅੰਦੋਲਨ ਦੇ ਵਿੱਚ ਕਿਸਾਨਾਂ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕਰਨ ਵਾਲੇ ਕਿੰਨਰ ਜਸਲੀਨ ਪਟਿਆਲਾ ਦੇ ਵੱਲੋਂ ਲੁਧਿਆਣਾ ਵਿੱਚ ਨਵੀਂ ਇਨਸਾਨੀਅਤ ਲੋਕ ਵਿਕਾਸ ਪਾਰਟੀ ਦਾ ਐਲਾਨ ਕੀਤਾ ਗਿਆ। ਜਸਲੀਨ ਪਟਿਆਲਾ ਨੇ ਪੰਜਾਬ ਦੇ ਅੰਦਰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਸ਼ਮੂਲੀਅਤ ਕਰਨ ਦਾ ਐਲਾਨ ਕੀਤਾ ਤੇ ਇਸ ਦੌਰਾਨ ਜਸਲੀਨ ਪਟਿਆਲਾ ਨੇ ਕਿਹਾ ਕਿ ਉਹ ਪਟਿਆਲਾ ਤੋਂ ਹੀ ਚੋਣ ਲੜਨਗੇ। ਅੱਜ ਅਸੀਂ ਸ਼ਹੀਦ ਭਗਤ ਸਿੰਘ, ਕਰਤਾਰ ਸਿੰਘ ਸਰਾਭਾ ਤੇ ਰਾਜਗੁਰੂ, ਇਹਨਾਂ ਦੇ ਜਿਹੜਾ ਬੁੱਤ ਦੇ ਉੱਤੇ ਅਸੀਂ ਅੱਜ ਉਹਨਾਂ ਨੂੰ ਸ਼ਰਧਾ ਦੇ ਫੁੱਲ ਅਸੀਂ ਜਿਹੜੇ ਭੇਂਟ ਕਰਨ ਇੱਥੇ ਮੈਂ ਆਈਆਂ ਆਪਣੀ ਪੂਰੀ ਪਾਰਟੀ ਨਾਲ, ਹੈ ਨਾ। ਇਨਸਾਨੀਅਤ ਲੋਕ ਵਿਕਾਸ ਪਾਰਟੀ ਜਿਹਦੇ ਪ੍ਰਧਾਨ ਨੇ ਅਨਿਲ ਜੀ, ਉਹ ਆਏ ਨੇ ਨਾਲ, ਹੈ ਨਾ। ਤੇ ਉਹਨਾਂ ਸ਼ਹੀਦਾਂ ਨੂੰ ਨਮਨ ਕਰਨ ਆਈਆਂ ਤੇ ਇੱਕ ਕਸਮ ਚੱਕੀ ਆ ਇੱਥੇ ਆ ਕੇ ਕਿ ਜੋ ਹੁਣ ਤੱਕ ਸਾਡੇ ਦੇਸ਼ ਵਿੱਚ ਹੋਇਆ ਰਾਜਨੀਤੀ ਨੂੰ ਲੈ ਕੇ, ਹੈ ਨਾ, ਭਗਤ ਸਿੰਘ ਨੇ ਕੁਰਬਾਨੀ ਕੀਤੀ ਦੇਸ਼ ਨੂੰ ਆਜ਼ਾਦ ਕਰਾਉਣ ਲਈ, ਪਰ ਸਾਡਾ ਦੇਸ਼ ਅੱਜ ਵੀ ਆਜ਼ਾਦ ਨਾ ਹੋ ਸਕਿਆ। ਗੁਲਾਮੀ ਦੀਆਂ ਜੰਜੀਰਾਂ ਨੂੰ, ਜੇ ਅਸੀਂ ਉਸ ਟਾਈਮ ਗੁਲਾਮੀ ਦੀਆਂ ਜੰਜੀਰਾਂ ਨੂੰ ਤੋੜ ਕੇ ਆਜ਼ਾਦੀ ਲਈ ਤਾਂ ਅੱਜ ਅਸੀਂ ਮੰਤਰੀਆਂ ਨੇ ਭ੍ਰਿਸ਼ਟਾਚਾਰ ਦੀਆਂ ਜੰਜੀਰਾਂ ਨੇ ਜਿਹੜਾ ਉਹ ਸਾਡੇ ਦੇਸ਼ ਨੂੰ ਜਕੜ ਲਿਆ ਆਪਣੇ ਆਪ 'ਚ, ਹੈ ਨਾ। ਖਤਮ ਕਰਤੇ ਅਸੀਂ, ਧਰਤੀ 'ਚ ਜ਼ੀਰੋ ਕਰਤੇ। ਸਿਰਫ ਅਸੀਂ ਕਾਹਦੇ ਜੋਗੇ ਰਹਿ ਗਏ ਜੀ? ਸਿਰਫ ਇਕੱਲੇ ਸ਼ਰਧਾ ਦੇ ਫੁੱਲ ਚੜਾਉਣ ਜੋਗੇ ਰਹਿ ਗਏ। ਕਦੇ ਅੱਜ ਤੱਕ ਕਿਸੇ ਮਾਂ ਨੇ ਇਹ ਨਹੀਂ ਕਿਹਾ ਹੈਗਾ ਕਿ ਮੇਰਾ ਪੁੱਤ ਵੱਡਾ ਹੋ ਕੇ ਭਗਤ ਸਿੰਘ ਬਣੂਗਾ। ਰਾਏਕੋਟ ਦੇ ਗੁਰਦੁਆਰਾ ਸ਼੍ਰੀ ਟਾਹਲਿਆਣਾ ਸਾਹਿਬ ਵਿਖੇ ਮੈਡੀਵੇਜ਼ ਹਸਪਤਾਲ ਤੇ ਯੂਥ ਅਕਾਲੀ ਦਲ ਲੁਧਿਆਣਾ ਦਿਹਾਤੀ ਦੇ ਵੱਲੋਂ ਦਿਲ ਤੇ ਚਮੜੀ ਰੋਗਾਂ ਦਾ ਮੁਫਤ ਚੈੱਕਅਪ ਕੈਂਪ ਲਗਵਾਇਆ ਗਿਆ ਤੇ ਜਿਸ ਦੌਰਾਨ ਭਾਊ ਭਗਵਾਨ ਸਿੰਘ ਤੇ ਜਸਨੂਰ ਦੇ ਵੱਲੋਂ ਵਿਸ਼ੇਸ਼ ਸ਼ਿਰਕਤ ਕੀਤੀ ਗਈ ਹੈ ਤੇ ਇਸ ਕੈਂਪ ਦਾ ਉਦਘਾਟਨ ਜ਼ਿਲ੍ਹਾ ਪ੍ਰਧਾਨ ਪ੍ਰਭਜੋਤ ਸਿੰਘ ਧਾਲੀਵਾਲ, ਜਸਨੂਰ ਸਿੰਘ ਮਿੰਕ ਤੇ ਡਾਕਟਰਾਂ ਦੀ ਟੀਮ ਦੇ ਵੱਲੋਂ ਸਾਂਝੇ ਤੌਰ ਤੇ ਕੀਤਾ ਗਿਆ ਤੇ ਇਸ ਕੈਂਪ ਦੇ ਦੌਰਾਨ ਡਾਕਟਰ ਮਨਵੀਰ ਸਿੰਘ ਖੁਰਾਨਾ, ਡਾਕਟਰ ਮਨਜੀਤ ਸਿੰਘ ਤੇ ਡਾਕਟਰ ਹਰਕਵਲ ਕੌਰ ਸੇਖੋ ਸਣੇ ਕਈ ਡਾਕਟਰਾਂ ਦੇ ਵੱਲੋਂ 250 ਦੇ ਕਰੀਬ ਮਰੀਜ਼
ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ ਤੇ ਇਸ ਮੌਕੇ ਲੋੜਵੰਦ ਮਰੀਜ਼ਾਂ ਦੀ ECG, ਬਲੱਡ ਸ਼ੂਗਰ ਆਦਿ ਟੈਸਟ ਵੀ ਕਰਵਾਏ ਗਏ ਨੇ ਤੇ ਦਵਾਈਆਂ ਵੀ ਦਿੱਤੀਆਂ ਗਈਆਂ ਨੇ। ਮੈਂ ਧੰਨਵਾਦ ਕਰਦਾ ਲੁਧਿਆਣਾ ਮੈਡੀਵੇਸ ਹਸਪੀਟਲ ਵਾਲਿਆਂ ਦਾ, ਜਿਨ੍ਹਾਂ ਨੇ ਅੱਜ ਇਹ ਸਾਡਾ ਕੈਂਪ ਆਰਗੇਨਾਈਜ਼ ਕਰਕੇ ਦਿੱਤਾ। ਜਸਨੂਰ ਸਿੰਘ ਜੱਸੀ ਸਾਡਾ ਛੋਟਾ ਵੀਰ, ਉਹ ਇੱਥੇ ਉਚੇਚੇ ਤੌਰ ਤੇ ਪਹੁੰਚਿਆ। ਮੈਡੀਸਿਟੀ ਦੇ ਸਾਰੇ ਡਾਕਟਰ ਆਏ, ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ। ਗੁਰੂ ਘਰ ਟਾਹਲੀਆਣਾ ਸਾਹਿਬ ਦੇ ਸਾਰੀ ਮੈਨੇਜਮੈਂਟ ਕਮੇਟੀ, ਸਾਰੇ ਸੇਵਾਦਾਰਾਂ ਦਾ ਧੰਨਵਾਦ ਕਰਦੇ ਜਿਨ੍ਹਾਂ ਨੇ ਨਾਲ ਲੱਗ ਕੇ ਕੈਂਪ ਆਰਗੇਨਾਈਜ਼ ਕਰਾਇਆ ਤੇ ਸੰਗਤ ਦਾ ਧੰਨਵਾਦ ਕਰਦੇ ਹਾਂ। ਤੇ ਅਸੀਂ ਆਸ ਕਰਦੇ ਹਾਂ ਵੀ ਵੱਧ ਤੋਂ ਵੱਧ ਲੋਕ ਇੱਥੇ ਆਉਣ ਕੈਂਪ ਤੇ ਇਹਨਾਂ ਦੀ ਸੁਵਿਧਾਵਾਂ ਲੈਣ ਇਹਨਾਂ ਤੋਂ। ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਰਾਏਕੋਟ ਦੇ ਵਿੱਚ ਜਿੱਥੇ ਵੀ ਕਿਤੇ ਲੋੜ ਹੋਊਗੀ ਇਹਨਾਂ ਕੈਂਪਾਂ ਦੀਆਂ, ਇਹਨਾਂ ਹਸਪੀਟਲ ਵਾਲਿਆਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਵੀ ਜਿੱਥੇ ਤੁਸੀਂ ਕਹੋਗੇ ਕੈਂਪ ਦੀ ਲੋੜ ਆ ਉੱਥੇ ਅਸੀਂ ਹਾਜ਼ਰ ਹੋ ਕੇ ਕੈਂਪ ਲਵਾਵਾਂਗੇ। ਹਾਂਜੀ, ਮੇਰਾ ਨਾਮ ਜਸਨੂਰ ਸਿੰਘ ਤੇ ਮੈਂ ਬਹੁਤ ਧੰਨਵਾਦ ਕਰਨਾ ਚਾਹੁੰਦਾ ਪ੍ਰਭਜੋਤ ਜੀ ਦਾ, ਜਿਨ੍ਹਾਂ ਨੇ ਸਾਨੂੰ ਅੱਜ ਮੌਕਾ ਦਿੱਤਾ ਇਹ ਗੁਰਦੁਆਰੇ ਵਿੱਚ ਕੈਂਪ ਲਾਉਣ ਦਾ। ਇੱਥੇ ਕਾਫੀ ਵਧੀਆ ਰਿਸਪੌਂਸ ਮਿਲਿਆ ਤੇ ਹੋਰ ਲੋਕਾਂ ਨੂੰ ਸਾਡੇ ਡਾਕਟਰਾਂ ਨੇ ਦੱਸਿਆ ਕਿ ਕਿਵੇਂ ਕਿਸ ਬਿਮਾਰੀ ਤੋਂ ਬਚ ਸਕਦੇ ਆ ਤੇ ਪ੍ਰਭਜੋਤ ਜੀ ਨੇ ਅੱਜ ਉਪਰਾਲਾ ਕੀਤਾ ਤੇ ਇਹਨਾਂ ਦਾ ਬਹੁਤ ਧੰਨਵਾਦ। ਅੱਜ ਅਸੀਂ ਟਾਹਲੀ ਸਾਹਿਬ ਗੁਰਦੁਆਰਾ ਸਾਹਿਬ 'ਚ ਅਸੀਂ ਇੱਕ ਹਾਰਟ ਦਾ, ਸਕਿਨ ਦਾ ਤੇ ਮੈਡੀਸਨ ਦਾ ਕੈਂਪ ਲਗਾਇਆ। ਅਸੀਂ ਫ੍ਰੀ ECG ਕਰ ਰਹੇ ਹਾਂ, ਫ੍ਰੀ ਸ਼ੂਗਰ ਕਰ ਰਹੇ ਹਾਂ ਤੇ ਲੋਕਾਂ ਨੂੰ ਹਾਰਟ ਦੀਆਂ ਬਿਮਾਰੀਆਂ ਪ੍ਰਤੀ ਅਸੀਂ ਜਾਗਰੂਕ ਕੀਤਾ ਤੇ ਕੁਝ ਪੇਸ਼ੈਂਟ ਵੀ ਡਾਇਗਨੋਸ ਕੀਤੇ ਨੇ। ਇਹ ਹਸਪੀਟਲ ਮੈਨੇਜਮੈਂਟ ਅਤੇ ਜਿਹੜੇ ਗੁਰਦੁਆਰਾ ਸਾਹਿਬ ਦੀ ਮੈਨੇਜਮੈਂਟ ਵੱਲੋਂ ਬਹੁਤ ਵਧੀਆ ਉਪਰਾਲਾ ਕੀਤਾ ਗਿਆ, ਜਿਹਦੇ ਕਾਫੀ ਸਾਰੇ ਮਰੀਜ਼ਾਂ ਨੂੰ ਫਾਇਦਾ ਪਹੁੰਚਿਆ। ਤੇ ਅਸੀਂ ਕਈ ਪੇਸ਼ੈਂਟਸ ਨੂੰ ਜਿਨ੍ਹਾਂ ਕੋਲ ਕਾਰਡ ਵੀ ਸੀਗੇ, ਆਯੁਸ਼ਮਾਨ ਵਾਲੇ ਕਾਰਡ ਸੀਗੇ, ਉਹ ਸਾਡੇ ਹਸਪੀਟਲ ਜਿਹੜੀ ਸਕੀਮ ਚੱਲਦੀ ਹੈ, ਕਈ ਪੇਸ਼ੈਂਟ ਨਹੀਂ ਅਫੋਰਡ ਕਰ ਸਕਦੇ, ਉਹਨਾਂ ਨੂੰ ਵੀ ਅਸੀਂ ਦੱਸਿਆ ਹੈਗਾ ਕਿ ਇਹਦੇ ਤੁਹਾਡਾ ਇਲਾਜ ਬਿਲਕੁਲ ਫ੍ਰੀ ਹੋ ਜਾਏਗਾ ਤੇ ਜਿਹੜੀ ਕੋਈ ਵੀ ਉਹਨਾਂ ਦੀ ਪ੍ਰੋਬਲਮ ਹੈਗੀ ਹੈ, ਜੇ ਉਹ ਨਹੀਂ ਉਹਨੂੰ ਹੱਲ ਕਰਵਾ ਪਾ ਰਹੇ ਤੇ ਉਹ ਸਾਡਾ ਹਸਪੀਟਲ 'ਚ ਸਾਰੀ ਤਰ੍ਹਾਂ ਦੀ ਫੈਸਿਲਿਟੀਜ਼ ਅਵੇਲੇਬਲ ਹੈ ਤੇ ਉੱਥੇ ਉਹਨਾਂ ਨੂੰ ਫ੍ਰੀ 'ਚ ਉਪਲਬਧ ਹੋ ਜਾਣਗੀਆਂ ਕਾਰਡ ਦੇ ਜ਼ਰੀਏ। ਲੁਧਿਆਣਾ ਪੁਲਿਸ ਤੇ ਇਨਰ ਕਲੱਬ ਦੇ ਵੱਲੋਂ ਸਾਂਝੇ ਮਿਸ਼ਨ ਦੀ ਸ਼ੁਰੂਆਤ ਕਰਦਿਆਂ ਇੱਕ ਸੈਮੀਨਾਰ ਕਰਵਾਇਆ ਗਿਆ, ਜਿਸ ਦੇ ਵਿੱਚ ਗੁੱਡ ਟੱਚ ਤੇ ਬੈਡ ਟੱਚ ਵਿਸ਼ੇ ਨੂੰ ਲੈ ਕੇ ਸਮਝਾਇਆ ਗਿਆ। ਇਸ ਮੌਕੇ ADCP ਪ੍ਰਗਿਆ ਜੈਨ ਨੇ ਬਤੌਰ ਮੁੱਖ ਮਹਿਮਾਨ ਦੇ ਵਜੋਂ ਸ਼ਿਰਕਤ ਕੀਤੀ ਹੈ ਤੇ ਉਹਨਾਂ ਦੇ ਵੱਲੋਂ ਮਾਸਕ ਤੇ ਸੈਨੀਟਾਈਜ਼ਰ ਵੰਡ ਅਭਿਆਨ ਦੀ ਵੀ ਸ਼ੁਰੂਆਤ ਕੀਤੀ ਗਈ ਹੈ ਤੇ ਇਸ ਮੌਕੇ ਸਪੈਸ਼ਲ ਬੱਚਿਆਂ ਦੇ ਲਈ ਬਣੇ ਨਿਰਦੋਸ਼ ਸਕੂਲ ਦੇ ਅਧਿਆਪਕ, ਵਿਦਿਆਰਥੀ ਤੇ ਇਨਰ ਵੀਲ ਕਲੱਬ ਦੇ ਮੈਂਬਰ ਵੀ ਮੌਜੂਦ ਰਹੇ ਨੇ। हमारे एंड आई एम सो हैप्पी टू बी हियर। इनर व्हील लुधियाना बहुत अच्छा काम कर रहे हैं इन बच्चों की देखभाल के लिए एंड ऑल द NGOs who have come together, so I wish them all the very best। और सांझ डिवीज़न पंजाब पुलिस लुधियाना और लुधियाना कमिश्नरेट पुलिस की तरफ से जो भी हमारी तरफ से मदद है उसके लिए हम हमेशा तैयार हैं। बड़ा अच्छा फंक्शन ਸੀਗਾ ਅੱਜ ਦਾ। ਪਰਪਸ ਦੀ ਫੰਕਸ਼ਨ ਦਾ ਕਿ ਬੱਚਿਆਂ ਨੂੰ ਇਹ ਸਮਝਾਉਣਾ ਕਿ ਜੋ ਸੈਕਸ਼ੂਅਲ ਹਰਾਸਮੈਂਟ ਹੁੰਦੀ ਹੈ, ਬੈਡ ਟੱਚ ਐਂਡ ਗੁੱਡ ਟੱਚ ਦਾ ਡਿਫਰੈਂਸ ਕੀ ਹੈ, ਕਿਹੜਾ ਮਤਲਬ ਉਹ ਐਕਚੁਅਲੀ ਮੈਮ ਨੇ ਬੜਾ ਅੱਛਾ ਦੱਸਿਆ ਕਿ ਆਪਣੇ ਘਰਾਂ 'ਚ ਹੀ ਲੋਕ ਹੁੰਦੇ ਨੇ, ਆਪਣੇ ਰਿਲੇਟਿਵ ਹੀ ਹੁੰਦੇ ਜਿਹੜੇ ਆ ਚੀਜ਼ਾਂ 'ਚ ਇਨਵੋਲਵ ਹੁੰਦੇ ਨੇ ਤੇ ਉਹਨਾਂ ਨੂੰ ਮਤਲਬ ਅਵੇਅਰ ਕਰਨਾ ਇਸ ਚੀਜ਼ ਬਾਰੇ ਕਿ ਬੱਚਿਆਂ ਨੂੰ ਨਾਲੇ ਪੇਰੈਂਟ ਨੂੰ ਖੁੱਲ੍ਹ ਕੇ ਬੋਲਣਾ ਚਾਹੀਦਾ ਆਪਣੇ ਬੱਚਿਆਂ ਨਾਲ, ਤਾਂ ਕਿ ਉਹ ਆ ਨਾ ਫੀਲ ਕਰਨ ਦੱਸਣਾ ਕਿ ਗਿਲਟ ਨਾ ਫੀਲ ਕਰਨ ਪੇਰੈਂਟ ਨੂੰ ਦੱਸਣਾ, ਇਹ ਬਹੁਤ ਜ਼ਰੂਰੀ ਹੈ। ਬੱਚਿਆਂ ਨੂੰ ਸਮਾਨ ਹੀ ਬਣਾਇਆ ਗਿਆ ਤੁਸੀਂ ਇੱਦਾਂ ਹਾਂਜੀ ਦੋ ਸਕੂਲ ਦੇ ਬੱਚੇ ਬੜੇ ਕ੍ਰੀਏਟਿਵ ਨੇ, ਉਹਨਾਂ ਨੇ ਪੇਪਰ ਬੈਗ ਬਣਾਏ ਨੇ, ਵਾਟਰ ਕਲਰ ਦੇ ਨਾਲ ਚਾਰਟ ਬਣਾਏ ਨੇ ਤੇ ਹੋਰ ਮੋਮਬੱਤੀਆਂ ਬਣਾਈਆਂ ਨੇ, ਕਿਉਂਕਿ ਉਹ ਦੂਸਰੀ ਚੀਜ਼ਾਂ ਤੇ ਅੱਛੇ ਨਹੀਂ ਤਾਂ ਉਹ ਕ੍ਰੀਏਟਿਵ ਬਹੁਤ ਜ਼ਿਆਦਾ ਹੈਗੇ। ਮੈਂ ਸਕੂਲ ਦੀ ਚੇਅਰਪਰਸਨ ਹਾਂ ਨਿਰਦੋਸ਼ ਸਕੂਲ ਫॉर ਸਪੈਸ਼ਲ ਚਿਲਡਰਨ ਔਰ ਮੈਂ ਇਨਰ ਵੀਲ ਦੀ ਪਾਸਟ ਪ੍ਰੈਜ਼ੀਡੈਂਟ ਵੀ ਹਾਂ। ਅੱਜ ਦਾ ਫੰਕਸ਼ਨ ਜਿਹੜਾ ਹੈਗਾ ਉਹ ਸਾਡਾ ਇੱਕ ਕੋਲੈਬੋਰੇਟਡ ਐਫਰਟ ਹੈ, ਜਿਹਦੇ ਵਿੱਚ ਡਿਪਟੀ ਕਮਿਸ਼ਨਰ ਪ੍ਰਗਿਆ ਜੈਨ ਜੀ ਆਏ ਨੇ ਔਰ ਉਹਨਾਂ ਦੇ ਨਾਲ ਅਸੀਂ ਸਾਂਝ ਦੇ ਅੰਦਰ ਆਪਣੇ ਬੱਚਿਆਂ ਦੇ ਵਿੱਚ ਗੁੱਡ ਟੱਚ ਔਰ ਬੈਡ ਟੱਚ ਦੀ ਜਾਣਕਾਰੀ ਜਿਹੜੀ ਹੈ ਉਹ ਦਿੱਤੀ ਜਾ ਰਹੀ ਹੈ, ਜੋ ਕਿ ਅੱਜ ਦੇ ਵਕਤ ਵਿੱਚ ਬਹੁਤ ਜ਼ਿਆਦਾ ਜ਼ਰੂਰੀ ਹੈ। ਔਰ ਸਾਡੇ ਕੋਲ ਕਿਉਂਕਿ ਸਪੈਸ਼ਲ ਬੱਚੇ ਆਉਂਦੇ ਨੇ ਤੇ ਉਹਨਾਂ ਨੂੰ ਇਹਨਾਂ ਚੀਜ਼ਾਂ ਦੇ ਬਾਰੇ ਨਹੀਂ ਪਤਾ ਚੱਲਦਾ ਤੇ ਉਹਨਾਂ ਨੂੰ ਇਸ ਚੀਜ਼ ਦਾ ਅਵਗਤ ਕਰਵਾਉਣ ਲਈ ਸਾਡੇ ਸਟਾਫ, ਮੈਨੇਜਮੈਂਟ ਔਰ ਪੈਰੈਂਟਸ ਨੂੰ ਇਸ ਬਾਰੇ ਦੱਸਿਆ ਜਾ ਰਿਹਾ ਹੈ ਔਰ ਕਿਸ ਤਰ੍ਹਾਂ ਬੱਚਿਆਂ ਨੂੰ ਇਹ ਸਮਝਾਇਆ ਜਾਏ ਔਰ ਜਦੋਂ ਉਹਨਾਂ ਨਾਲ ਕੁਝ ਵੀ ਬੁਰਾ ਹੁੰਦਾ ਹੈ ਉਹ ਕਿਸ ਤਰ੍ਹਾਂ ਕਿਸੇ ਨੂੰ ਕਨਵੇ ਕਰ ਸਕਦੇ ਹੈ ਔਰ ਉਹਨਾਂ ਦੀ ਸੇਫਟੀ ਮੈਜਰਸ ਨੂੰ ਦੇਖਦੇ ਹੋਏ ਅਸੀਂ ਅੱਜ ਦਾ ਸੈਮੀਨਾਰ ਕਰਵਾਇਆ। ਮੈਂ ਡੋਲੀ ਡੈਂਗ, ਪ੍ਰੈਜ਼ੀਡੈਂਟ ਇਨਰ ਵੀਲ ਕਲੱਬ। ਅੱਜ ਦਾ ਫੰਕਸ਼ਨ ਅਸੀਂ ਡਾਕਟਰ ਪ੍ਰਗਿਆ ਜੈਨ, ਡਿਪਟੀ ਕਮਿਸ਼ਨਰ ਆਫ ਪੁਲਿਸ ਨੂੰ ਬੁਲਾਇਆ ਸੀ। ਉਹਨਾਂ ਨੇ ਐਸੋਸੀਏਸ਼ਨ ਉਹਨਾਂ ਦੀ ਹੈ ਸਾਂਝ, ਉਹਦੇ ਨਾਲ ਉਹਨਾਂ ਨੇ ਸਾਡੇ ਬੱਚਿਆਂ ਨੂੰ ਗੁੱਡ ਟੱਚ ਐਂਡ ਬੈਡ ਟੱਚ ਉਹਦੇ ਬਾਰੇ ਪੂਰੀ ਜਾਣਕਾਰੀ ਦਿੱਤੀ ਹੈ ਵੇ। ਤੇ ਦੂਜਾ ਸਾਡੇ ਕੋਲ ਮਾਸਕ ਔਰ ਸੈਨੀਟਾਈਜ਼ਰਸ ਆਏ ਹੋਏ ਸੀ ਗੁਆਪੀ, ਵਾਸ਼ਿੰਗਟਨ ਤੋਂ, ਤੇ ਉਹ ਅਸੀਂ ਡਿਸਟ੍ਰੀਬਿਊਟ ਕਰਨੇ ਸੀ। ਉਹ ਤਕਰੀਬਨ ਅਸੀਂ 10,15,000 ਦਾ ਸੈਨੀਟਾਈਜ਼ਰਸ ਤੇ ਮਾਸਕ ਅਸੀਂ ਡਿਸਟ੍ਰੀਬਿਊਟ ਕੀਤੇ ਹੈ। ਲੁਧਿਆਣਾ ਵਿਖੇ ਵੀਨਸ ਕਲੱਬ ਦੇ ਵੱਲੋਂ ਨਵਰਾਤਰੀਆਂ ਮੌਕੇ ਫੰਕਸ਼ਨ ਕਰਵਾਇਆ ਗਿਆ, ਜਿਸ ਦੇ ਵਿੱਚ ਮਹਿਲਾਵਾਂ ਦੇ ਵੱਲੋਂ ਬੜੇ ਹੀ ਉਤਸ਼ਾਹ ਦੇ ਨਾਲ ਭਾਗ ਲਿਆ ਗਿਆ। ਇਸ ਮੌਕੇ ਡਾਂਡੀਆਂ ਤੇ ਗਰਬਾ ਦਾ ਵੀ ਖਾਸ ਆਯੋਜਨ ਕੀਤਾ ਗਿਆ।
वाइस प्रेसिडेंट वीनस लेडीज क्लब। आज यहाँ पर हमने करवा चौथ सेलिब्रेट कर रहे हैं। मैं तुझे जान लूँ तू मुझे जान ले, मैं भी पहचान लूँ तू भी पहचान ले। बड़ा ही सरल है प्यार का व्याकरण, तू मेरी मान ले मैं तेरी मान लूँ। सिर्फ सबको प्यार का संदेश दे रहे हैं। और वैसे भी सारे त्यौहार शुरू हो चुके हैं। इस मंथ करवा चौथ है, विजयदशमी है, अगले मंथ दिवाली है। तो हम हर साल लगभग इसी तरह सारे त्यौहार सेलिब्रेट करते रहते हैं। और इस बार हमने कैटवॉक राउंड रखा है, बिलो 45, एबव 45, बहुत सारी डांस परफॉर्मेंस और सारी लेडीज़ बहुत डेक्ड अप होके आई हैं करवा चौथ के लिए। ये नहीं कि हम सिर्फ ये एंटरटेनमेंट कराते हैं, इसके अलावा हम बहुत सारे NGOs के साथ एसोसिएटेड हैं। मेरा नाम चेरी खरबंदा है। आई एम अ फैशन डिज़ाइनर। आई एम रनिंग अ बुटीक बाय द नेम्स ऑफ ड्रेप्स बाय चेरी। मैं सेक्रेटरी हूँ क्लब की। और आज हम यहाँ पे बॉलीवुड स्टाइल थीम पे कल्चरल करवा क्वीन का कॉन्टेस्ट और बहुत सारी हमारे पास ग्रुप डांसेस और परफॉर्मेंसेस हैं और कैरेट वॉक भी है, वो आज हमने यहाँ पे ऑर्गेनाइज़ किया है। ਅੱਜ ਅਸੀਂ ਵੀਨਸ ਕਲੱਬ ਵੱਲੋਂ ਕਰਵਾ ਚੌਥ ਨਵਰਾਤਰਿਆਂ ਤੇ ਪ੍ਰੋਗਰਾਮ ਕਰ ਰਹੇ ਹਾਂ, ਜਿਹਦੇ ਵਿੱਚ ਅਸੀਂ ਸਭ ਨੇ ਡਾਂਸ ਔਰ ਡਾਂਡੀਆ ਵਗੈਰਾ ਕੀਤਾ ਔਰ ਮਿਲ ਕੇ ਸਾਰੇ ਇੰਨਾ ਕੁ ਇੰਜੋਏ ਕਰ ਰਹੇ ਨੇ। ਔਰ ਜੇ ਨਵਰਾਤਰੇ ਔਰ ਕਰਵਾ ਚੌਥ ਹੈ, ਇਸ ਦੀ ਸਾਰੀ ਮਹਿਮਾ ਦੱਸ ਰਹੇ ਨੇ ਔਰ ਕਿਸਮਾ ਮਹਾਮਾਈ ਦੀ ਕਿਰਪਾ ਨਾਲ ਅਸੀਂ ਪ੍ਰੋਗਰਾਮ ਕਰ ਰਹੇ ਹਾਂ। ਸਭ ਦਾ ਬਹੁਤ ਬਹੁਤ ਧੰਨਵਾਦ। ਕਿਉਂ ਮਨਾਇਆ ਜਾਂਦਾ ਪ੍ਰੋਗਰਾਮ? ਮਹਿਲਾਵਾਂ ਸਾਲ ਤੋਂ ਕਰੋਨਾ ਮਹਾਮਾਰੀ ਤੇ ਕਰਕੇ ਸਭ ਆਪਣੇ ਘਰਾਂ 'ਚ ਬੈਠੀਆਂ ਸੀ, ਇਸ ਕਰਕੇ ਨਵਰਾਤਰਿਆਂ ਮਹਾਮਾਈ ਨੇ ਕਿਰਪਾ ਕੀਤੀ ਔਰ ਸਭ ਅਸੀਂ ਮਿਲ ਕੇ ਮਹਿਲਾਵਾਂ ਅੱਜ ਇਕੱਠੀਆਂ ਹੋ ਕੇ ਅਸੀਂ ਨਵਰਾਤਰੇ ਔਰ ਕਰਵਾ ਚੌਥ ਕਰ ਰਹੇ ਹਾਂ। ਜਾਣ ਤੋਂ ਪਹਿਲਾਂ ਇੱਕ ਨਜ਼ਰ ਆਮ ਸੁਰਖੀਆਂ ਦੇ ਵੱਲ। ਆਨਲਾਈਨ ਸਿਸਟਮ ਦੇ ਬਾਵਜੂਦ ਲੁਧਿਆਣਾ ਦੇ ਆਰਟੀਓ ਦਫ਼ਤਰਾਂ ਦੇ ਵਿੱਚ ਫਾਈਲਾਂ ਮੰਗਵਾ ਕੇ ਹੋ ਰਿਹਾ ਕੰਮ। ਆਮ ਲੋਕਾਂ ਨੂੰ ਹੋਣਾ ਪੈ ਰਿਹਾ ਖੱਜਲ ਖੁਆਰ। ਇੱਕ ਦਿਨ ਦੇ ਵਿੱਚ ਹੋਣ ਵਾਲੇ ਕੰਮਾਂ ਦੇ ਵਿੱਚ ਲੱਗ ਰਹੇ ਮਹੀਨੇ। ਜਲਦਬਾਜ਼ੀ ਦਾ ਕੰਮ ਕਰਵਾਉਣ ਦਾ ਲਾਲਚ ਦੇ ਕੇ ਏਜੰਟ ਲੋਕਾਂ ਤੋਂ ਵਸੂਲ ਰਹੇ ਮੋਟੀ ਰਕਮ। ਲੁਧਿਆਣਾ ਦੇ ਵਿੱਚ ਵੱਧ ਰਿਹਾ ਡੇਂਗੂ ਦਾ ਕਹਿਰ। ਜ਼ਿਲ੍ਹੇ 'ਚ ਮੰਗਲਵਾਰ ਨੂੰ 345 ਕੇਸ ਆਏ ਸਾਹਮਣੇ। ਲੁਧਿਆਣਾ ਦੇ ਵਿੱਚ ਮੰਗਲਵਾਰ ਨੂੰ 269 ਕੇਸਾਂ ਦੀ ਪੁਸ਼ਟੀ। ਹੁਣ ਤੱਕ ਜ਼ਿਲ੍ਹੇ ਦੇ ਵਿੱਚ ਕੁੱਲ 592 ਕੇਸਾਂ ਦੀ ਹੋ ਚੁੱਕੀ ਪੁਸ਼ਟੀ। ਕਸ਼ਮੀਰ ਦੇ ਵਿੱਚ ਅਤਵਾਦੀਆਂ ਦੇ ਵੱਲੋਂ ਟੀਚਰਾਂ ਦੇ ਕਤਲ ਦੇ ਰੋਸ ਦੇ ਵਿੱਚ ਆਮ ਆਦਮੀ ਪਾਰਟੀ ਦੇ ਵੱਲੋਂ ਕੱਢਿਆ ਗਿਆ ਕੈਂਡਲ ਮਾਰਚ। ਆਪ ਲੁਧਿਆਣਾ ਜੁਆਇੰਟ ਸਕੱਤਰ ਜਗਦੀਪ ਸਿੰਘ ਵੱਲੋਂ ਕੀਤੀ ਗਈ ਅਗਵਾਈ। ਸਰਕਾਰ ਤੋਂ ਕੀਤੀ ਗਈ ਘੱਟ ਗਿਣਤੀ ਭਾਈਚਾਰੇ ਦੀ ਸੁਰੱਖਿਆ ਦੀ ਮੰਗ। ਇੱਕ ਵਾਰ ਫੇਰ ਟੀਟੂ ਬਾਣੀਆਂ ਨੇ ਕੀਤਾ ਪ੍ਰਦਰਸ਼ਨ। ਮਿਨੀ ਸਕੱਤਰੇਤ ਦੇ ਬਾਹਰ ਵਿਅੰਗਮਈ ਤਰੀਕੇ ਦੇ ਨਾਲ ਬੁੱਢੇ ਨਾਲੇ ਦੀ ਸਫਾਈ ਨਾ ਹੋਣ ਤੇ ਜਤਾਇਆ ਰੋਸ ਤੇ ਸਰਕਾਰ ਤੋਂ ਪੁੱਛੇ ਸਵਾਲ। 650 ਕਰੋੜ ਰੁਪਏ ਪਾਸ ਹੋਣ ਦੇ ਬਾਵਜੂਦ ਵੀ ਕਿਉਂ ਨਹੀਂ ਹੋ ਰਹੀ ਸਫਾਈ। ਖੰਨਾ ਦੀ ਰੇਲਵੇ ਲਾਈਨ ਨਜ਼ਦੀਕ ਅੱਧੀ ਅਧੂਰੀ ਉਸਾਰੀ ਨੂੰ ਲੈ ਕੇ ਕੀਤਾ ਗਿਆ ਪ੍ਰਦਰਸ਼ਨ। ਲਲਹੇੜੀ ਰੋਡ ਐਸੋਸੀਏਸ਼ਨ ਪ੍ਰਧਾਨ ਗੁਰਮੀਤ ਸਿੰਘ ਦੇ ਵੱਲੋਂ ਕੀਤੀ ਗਈ ਅਗਵਾਈ। ਪ੍ਰਸ਼ਾਸਨ ਦੇ ਵੱਲੋਂ ਜਲਦ ਹੀ ਕੰਮ ਸ਼ੁਰੂ ਕਰਵਾਉਣ ਦਾ ਆਸ਼ਵਾਸਨ ਦੇ ਕੇ ਧਰਨਾ ਕਰਵਾਇਆ ਗਿਆ ਖਤਮ। ਇਨਰ ਵੀਲ ਕਲੱਬ ਤੇ ਲੁਧਿਆਣਾ ਪੁਲਿਸ ਦਾ ਸਾਂਝਾ ਉਪਰਾਲਾ। ਗੁੱਡ ਟੱਚ ਤੇ ਬੈਡ ਟੱਚ ਵਿਸ਼ੇ ਤੇ ਕਰਵਾਇਆ ਸੈਮੀਨਾਰ। ਮੁੱਖ ਮਹਿਮਾਨ ਦੇ ਵਜੋਂ ਪਹੁੰਚੇ ADCP ਪ੍ਰਗਿਆ ਜੈਨ। ਫਿਲਹਾਲ ਲੁਧਿਆਣਾ ਖਬਰਨਾਮਾ ਚ ਇੰਨਾ ਹੀ। ਮੈਨੂੰ ਦਿਓ ਇਜਾਜ਼ਤ। ਧੰਨਵਾਦ।